ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਉਹਨਾਂ ਲੋਕਾਂ ਚੋਂ ਆ ਜਿਨ੍ਹਾਂ ਨੇ ਕਿਸੇ ਵੇਲੇ ਬਾਦਲ ਪਰਿਵਾਰ ਦੀ ਸਰਦਾਰੀ ਦੇ ਖਿਲਾਫ ਬਗਾਵਤ ਵੀ ਕੀਤੀ ਸੀ। ਸਾਡੇ ਇੱਥੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਵੀ ਆਮ ਤੌਰ ਤੇ ਏਦਾਂ ਦੀ ਗੱਲ ਚੱਲਦੀ ਰਹੀ ਹੈ ਕਿ ਕੁੱਤੇ ਬਿੱਲੀਆਂ ਦੇ ਨਾਂ ਦੇ ਉੱਤੇ ਜਾਇਦਾਦਾਂ ਬਣਦੀਆਂ ਰਹੀਆਂ। ਜਿਹੜਾ ਗੁਰਜੀਤ ਹੈ, ਇਹ ਜਿਹੜਾ ਆਪਣਾ ਕੁਰਸੇ ਵਾਲਾ, ਉਹਦੇ ਉੱਤੇ ਵੀ ਇਹ ਦੋਸ਼ ਲੱਗਦੇ ਰਹੇ ਵੀ ਜਦੋਂ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਕਿ ਉਹਨੇ ਆਪਣੇ ਨੌਕਰਾਂ ਦੇ ਨਾਂ ਤੇ ਰੇਤ ਦੀਆਂ ਖੱਡਾਂ ਜਿਹੜੀਆਂ ਉਹ ਲੈ ਲਈਆਂ ਸੀਗੀਆਂ। ਜੇ ਰਾਸ਼ਟਰਪਤੀ ਦਾ ਗੁੱਸਾ ਹੈ ਤੇ ਰਾਸ਼ਟਰਪਤੀ ਦਾ ਵੀ ਤਾਂ ਗੁੱਸਾ ਹੋਣਾ ਚਾਹੀਦਾ। ਮੈਨੂੰ ਲੱਗਦਾ, ਮੈਂ ਮਾਫੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਵੀ ਏਦਾਂ ਅਸੀਂ ਰਾਸ਼ਟਰਪਿਤਾ ਬਣਾ ਲਿਆ ਮਹਾਤਮਾ ਗਾਂਧੀ ਨੂੰ। ਸਿਸਟਮ ਵਿੱਚ ਪਸਰੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ, ਧਨ ਕੁਬੇਰਾਂ, ਗੈਰ ਸਮਾਜੀ ਤੱਤਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਦਾ ਪਰਦਾਫਾਸ਼ ਕਰਦਾ, ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਪ੍ਰਾਈਮ ਟਾਈਮ ਸ਼ੋਅ ਦਾ ਸਮਾਂ ਹੋ ਗਿਆ ਜੀ ਤੇ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ। ਚੰਡੀਗੜ੍ਹ ਸਟੂਡੀਓ ਤੋਂ ਮੇਰੇ ਨਾਲ ਜੁੜ ਗਏ ਨੇ ਸੁਸ਼ੀਲ ਦਸਾਂਝ। ਟੋਰਾਂਟੋ ਸਟੂਡੀਓ ਤੋਂ ਹਰ ਰੋਜ਼ ਦੀ ਤਰ੍ਹਾਂ ਮੈਂ ਹਰਜੀਤ ਸਿੰਘ ਗਿੱਲ ਤੁਹਾਡੇ ਲਈ ਪ੍ਰੋਗਰਾਮ ਵਿੱਚ ਹਾਜ਼ਰ ਹਾਂ। ਆਪਣੇ ਦਰਸ਼ਕਾਂ ਦਾ ਤੇ ਦਸਾਂਝ ਸਾਹਿਬ ਦਾ ਕਰਦੇ ਹਾਂ ਜੀ ਸਵਾਗਤ। ਬਹੁਤ ਬਹੁਤ ਸਵਾਗਤ ਆਪਣੇ ਦਸਾਂਝ ਸਾਹਿਬ ਤੁਹਾਡਾ ਜੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ, ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਮੇਰੇ ਖਿਆਲ ਅਕਾਲੀ ਦਲ ਤੋਂ ਅੱਜ ਸ਼ੁਰੂ ਕਰੀਏ ਆਪਾਂ ਗੱਲਬਾਤ। ਰੋਜ਼ ਕਰਦੇ ਹਾਂ ਆਮ ਆਦਮੀ ਪਾਰਟੀ ਦੀ, ਉਹਦੀਆਂ ਵੀ ਬਹੁਤ ਸਾਰੀਆਂ ਖਬਰਾਂ ਨੇ ਸਾਡੇ ਸਨਮੁਖ, ਪਰ ਅਕਾਲੀ ਦਲ ਦੀ ਕੋਰ ਕਮੇਟੀ ਦੀ ਫਿਰ ਮੀਟਿੰਗ ਹੋਈ ਸੀਗੀ। ਉਹਦੇ ਵਿੱਚ ਫਿਰ ਕਿਹਾ ਜਾਂਦਾ ਕਿ ਬਗਾਵਤੀ ਸੁਰਾਂ ਉੱਠੀਆਂ। ਕੁਝ ਲੋਕ ਤੇ ਗਏ ਹੀ ਨਹੀਂ, ਪ੍ਰੇਮ ਚੰਦੂਮਾਜਰਾ ਵਰਗੇ ਲੋਕ ਜਿਹੜੇ ਉਹ ਉਸ ਮੀਟਿੰਗ 'ਚ ਗਏ ਹੀ ਨਹੀਂ ਕੋਰ ਕਮੇਟੀ 'ਚ, ਤੇ ਕੁਝ ਇੱਕ ਜਿਹੜੇ ਭੂੰਦੜ ਸਾਹਿਬ ਵਰਗੇ ਲੋਕ ਜਾਂ ਕੁਝ ਇੱਕ ਲੋਕ ਨੇ ਜਿਹੜੇ ਬਾਦਲਾਂ ਦੀ ਛਤਰਛਾਇਆ ਹੇਠ ਰਹਿਣਾ ਚਾਹੁੰਦੇ ਆ, ਉਹ ਗੱਲਾਂ ਨੂੰ ਗੋਲ-ਮੋਲ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਤੇ ਪਰ ਬਗਾਵਤੀ ਸੁਰਾਂ ਜ਼ਿਆਦਾ ਭਾਰੂ ਸੀਗੀਆਂ। ਤੇ ਮੈਂ ਪੰਜਾਬ ਦੀ ਕਿਸੇ ਅਖਬਾਰ 'ਤੇ ਖਬਰ ਵੇਖੀ ਨਹੀਂ, ਪਰ BBC ਨੇ ਸਰਬਜੀਤ ਰਾਣਾ ਦੀ ਖਬਰ ਲਾ ਦਿੱਤੀ ਆ ਕਿ ਪ੍ਰਧਾਨ ਸਾਹਿਬ ਨੇ ਜਿਹੜੀ ਕਮੇਟੀ ਬਣੀ ਸੀ ਇਕਬਾਲ ਸਿੰਘ ਝੁੰਡਾ ਹੋਰਾਂ ਦੀ ਰਹਿਨੁਮਾਈ ਹੇਠਾਂ 13 ਮੈਂਬਰੀ ਕਮੇਟੀ ਬਣਾਈ ਸੀ, ਜਿਹਨੇ ਹਾਰ ਦਾ ਮੰਥਨ ਕੀਤਾ ਤੇ ਜਿਹਨੇ ਕਿਹਾ ਸੀਗਾ ਕਿ ਸਾਰੀਆਂ ਦੀ ਸਾਰਾ ਅਕਾਲੀ ਦਲ ਦੀ ਲੀਡਰਸ਼ਿਪ ਉਹਦੇ ਛੱਡੇ। ਉਹਦੇ ਵਿੱਚ ਤੇ ਇਹ ਵੀ ਸੀਗਾ ਕਿ ਪ੍ਰਧਾਨ ਸਾਹਿਬ ਵੀ ਆਪਣੇ ਘਰ ਬਹਿਣ ਥੋੜ੍ਹੇ ਸਮੇਂ ਲਈ। ਆਪਾਂ ਗੱਲ ਇੱਥੇ ਕੀਤੀ ਵੀ ਸੀ, ਤੁਸੀਂ ਵੀ ਕਿਹਾ ਕਿ ਘੱਟੋ ਘੱਟ 5 ਸਾਲ ਲਈ ਸੁਖਬੀਰ ਬਾਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਪਾਸੇ ਹੋ ਜਾਣਾ ਚਾਹੀਦਾ ਤਾਂ ਕਿ ਅਕਾਲੀ ਦਲ ਆਪਣੀ ਗੁਆਚੀ ਹੋਈ ਜ਼ਮੀਨ ਲੱਭ ਸਕੇ। ਪਰ ਜਿਹੜੇ ਕੁਝ ਇੱਕ ਸਿਆਸੀ ਲੀਡਰ ਹੁੰਦੇ ਆ, ਜਿਹੜੇ ਸਾਰੀ ਉਮਰ ਜਿਨ੍ਹਾਂ ਦਾ ਕਿਰਦਾਰ ਇਹ ਰਿਹਾ ਹੁੰਦਾ ਕਿ ਉਹਨਾਂ ਨੇ ਉਹਨਾਂ ਦੇ ਗੁਣ ਗਾਏ ਹੁੰਦੇ ਆਪਣੇ ਲੀਡਰਾਂ ਦੇ, ਤੇ ਉਹਨਾਂ ਦੀ ਬਦੌਲਤ ਉਹਨਾਂ ਨੇ ਫਾਇਦੇ ਲਏ ਹੁੰਦੇ ਆ, ਉਹ ਨਹੀਂ ਚਾਹੁੰਦੇ। ਉਹਨਾਂ ਨਾਲ ਇਸ ਗੱਲ ਦੀ ਗਰਜ ਨਹੀਂ ਹੁੰਦੀ ਕਿ ਅਕਾਲੀ ਦਲ ਮੁੜ ਕੇ ਸੱਤਾ 'ਚ ਆਵੇ ਨਾ ਆਵੇ, ਪੰਜਾਬ ਦਾ ਕੁਝ ਹੋਵੇ ਨਾ ਹੋਵੇ। ਉਹ ਆਪਣੇ ਲੀਡਰ ਨੂੰ ਜਿਹੜਾ ਖੁਸ਼ ਰੱਖਣ ਲਈ ਚਮਚਾਗਿਰੀ ਵਾਲਾ ਫਾਰਮੂਲਾ, ਜਿਹੜਾ ਹੁਣ ਨਾਂ ਲੈ ਲੈ ਕੇ ਕਹੀਏ, ਮੈਂ ਭੁੰਦਰ ਸਾਹਿਬ ਕੱਲਿਆਂ ਦਾ ਲੈ ਲਿਆ, ਇੱਦਾਂ ਦੇ ਬਥੇਰੇ ਨੇ, ਚੀਮਾ ਸਾਹਿਬ ਸਮੇਤ। ਤੇ ਇਹ ਲੋਕ ਨਹੀਂ ਚਾਹੁੰਦੇ ਸੀ ਕਿ ਪ੍ਰਧਾਨ ਸਾਹਿਬ ਲਾਂਭੇ ਹੋਣ। ਪਰ ਜਿਹੜੀ ਹੁਣ ਖਬਰ BBC ਨੇ ਲਾਈ, ਉਹਦੇ ਮੁਤਾਬਕ ਇਹ ਆ ਕਿ ਪ੍ਰਧਾਨ ਸਾਹਿਬ ਨੇ, ਸੁਖਬੀਰ ਬਾਦਲ ਨੇ ਉਸ ਕਮੇਟੀ ਦੀ ਰਿਪੋਰਟ ਨੂੰ ਮੰਨਦਿਆਂ ਹੋਇਆਂ ਸਾਰੇ ਦੇ ਸਾਰੇ ਜਿਹੜੇ ਆ ਆਪਣੀ ਸਣੇ ਹੀ ਆਪਣੀ ਕੋਰ ਕਮੇਟੀ, ਵਰਕਿੰਗ ਕਮੇਟੀ, ਸਾਰੇ ਅਹੁਦੇਦਾਰ ਤੇ ਜਿੰਨੇ ਵਿੰਗ ਆ ਅਕਾਲੀ ਦਲ ਦੇ ਸਾਰੇ ਹੀ ਭੰਗ ਕਰਤੇ। ਸਾਰਿਆਂ ਨੂੰ ਕਿਹਾ ਘਰਾਂ ਨੂੰ ਜਾਓ, ਮੁੜ ਤੋਂ ਬਣੂਗਾ ਸਾਰਾ ਕੁਝ। ਪਰ ਪ੍ਰਧਾਨ ਸਾਹਿਬ ਉਹੀ ਨੇ, ਉਹ ਬਰਕਰਾਰ ਰਹੇ ਨੇ। ਸੋ ਫਿਰ ਉਹ ਕਮੇਟੀ ਦੀ ਜਿਹੜੀ ਹੈਗੀ ਆ ਉਹ ਪੂਰੇ ਤੌਰ 'ਤੇ ਲਾਗੂ ਤਾਂ ਹੋਈ ਨਹੀਂ। ਤੁਸੀਂ ਇਹਨੂੰ ਕੀ ਕਹਿੰਦੇ ਹੋ? ਇਹਦੇ ਨਾਲ ਅਸਲ ਮੁੱਦਾ ਤਾਂ ਇਹ ਸੀ ਕਿ ਬਾਦਲ ਦਲ ਨੂੰ ਜਿਹੜਾ ਪਰਿਵਾਰ ਚਲਾ ਰਿਹਾ ਆ, ਉਹ ਪਰਿਵਾਰ ਲਾਂਭੇ ਹੋਵੇ। ਕੋਰ ਕਮੇਟੀ ਦਾ ਵਿਚਾਰੀ ਦਾ ਤਾਂ ਇੰਨਾ ਕੋਈ ਰੋਲ ਹੀ ਨਹੀਂ ਸੀਗਾ। ਰੋਲ ਤਾਂ ਹੈ ਸੁਖਬੀਰ ਬਾਦਲ ਦਾ, ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ, ਜਿਸ ਤੋਂ ਲੋਕ ਦੁਖੀ ਆ, ਉਹ ਉੱਥੇ ਰਿਹਾ ਕੰਮ ਸਾਰਾ। ਪਰ ਦੂਜੇ ਪਾਸੇ ਬਾਕੀ ਸਾਰੇ ਵਿੰਗ ਜਿਹੜੇ ਆ, ਉਹ ਝੁੰਡਾ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਜੋ ਕੁਝ ਉਹਨਾਂ ਕਿਹਾ ਸੀ ਉਹ ਕਰ ਦਿੱਤਾ ਗਿਆ। ਇਸ ਖਬਰ ਨੂੰ ਤੁਸੀਂ ਕਿੱਦਾਂ ਲੈਂਦੇ ਹੋ ਜੀ? ਦੇਖੋ, ਗੱਲ ਇਹ ਕਿ ਲੱਗਦਾ ਹੈ ਕਿ ਇੱਕ ਫਜ਼ੂਲ ਦੀ ਪ੍ਰੈਕਟਿਸ ਜਿਹੜੀ ਹੈ ਝੁੰਡਾ ਕਮੇਟੀ ਰਾਹੀਂ ਕਰਵਾਈ ਗਈ ਹੈ, ਕਿਉਂਕਿ ਝੁੰਡਾ ਕਮੇਟੀ ਵੱਲੋਂ ਜੋ ਬਲਵਿੰਦਰ ਸਿੰਘ ਭੂੰਦੜ ਹੋਰਾਂ ਨੇ ਪ੍ਰੈਸ ਕਾਨਫਰੰਸ ਦੱਸਿਆ, ਨਾਲ ਬੀਬੀ ਜਗੀਰ ਕੌਰ ਬੈਠੇ ਸੀ, ਉਹਨਾਂ ਨੇ 42 ਦੇ ਕਰੀਬ ਕੋਈ ਸੁਝਾਅ ਦਿੱਤੇ ਆ ਤੇ ਕਹਿੰਦੇ ਉਹ ਸਾਰੇ ਸੁਝਾਅ ਅਸੀਂ ਮੰਨ ਲਏ ਆ।
ਪਰ ਉਹ 42 ਸੁਝਾਅ ਕੀ ਦਿੱਤੇ ਆ ਉਹਦੀ ਵਿਆਖਿਆ ਤਾਂ ਨਹੀਂ ਕੀਤੀ ਭੁੰਦੜ ਸਾਹਿਬ ਨੇ, ਪਰ ਪ੍ਰੈਸ ਕਾਨਫਰੰਸ 'ਚ ਇਹ ਗੱਲ ਜ਼ੋਰ ਦੇ ਕੇ ਕਹੀ ਵੀ ਜਿਹੜੇ ਸੁਝਾਅ ਆਏ ਆ ਉਹਨਾਂ 'ਚ ਇਹ ਸੁਝਾਅ ਬਿਲਕੁਲ ਨਹੀਂ ਹੈ ਕਿ ਪ੍ਰਧਾਨ ਨੂੰ ਬਦਲ ਦਿੱਤਾ ਜਾਏ, ਸੁਖਬੀਰ ਸਿੰਘ ਬਾਦਲ ਨੂੰ ਬਦਲ ਦਿੱਤਾ ਜਾਏ। ਏਦਾਂ ਦਾ ਕੋਈ ਸੁਝਾਅ ਨਹੀਂ ਦਿੱਤਾ ਕਮੇਟੀ ਨੇ। ਹੁਣ ਇਹਦਾ ਮਤਲਬ ਤਾਂ ਸਾਫ਼ ਤੌਰ ਤੇ ਇਹ ਹੈ ਕਿ ਤੁਸੀਂ ਇੱਕ ਗੱਲ ਤੇ ਜਿਹੜਾ ਜ਼ੋਰ ਦੇ ਰਹੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਬਿਲਕੁਲ ਤੈਅ ਸੀ ਕਿ ਇੱਕ ਕਮੇਟੀ ਦੇ ਨਾਂ ਦੇ ਉੱਤੇ ਇੱਕ ਪ੍ਰੈਕਟਿਸ ਜਿਹੜੀ ਕੀਤੀ ਜਾਏਗੀ, ਲੋਕਾਂ ਦੀਆਂ ਅੱਖਾਂ 'ਚ ਧੂੜ ਝੋਕੀ ਜਾਏਗੀ ਕਿ ਦੇਖੋ ਅਸੀਂ ਝੂਲਾ ਕਮੇਟੀ ਬਣਾਈ ਸੀ, ਉਹਨਾਂ ਨੇ ਬਕਾਇਦਾ ਸੁਝਾਅ ਦਿੱਤੇ ਆ ਤੇ ਸਾਰੇ ਸੁਝਾਅ ਮੰਨ ਲਏ ਆ, ਪਰ ਉਹਨਾਂ ਸੁਝਾਵਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਕੋਈ ਗੱਲ ਨਹੀਂ ਆ, ਉਹਨਾਂ ਨੂੰ ਸਗੋਂ ਪਾਰਟੀ ਦੇ ਪ੍ਰਧਾਨ ਬਣਾਏ ਰੱਖਣ ਦੀ ਸਿਫਾਰਿਸ਼ ਕੀਤੀ ਹੈ ਇਸ ਕਮੇਟੀ ਨੇ। ਇਹਦੇ ਮੁਤਾਬਕ ਤਾਂ ਇਹ ਨਿਕਲਦਾ। ਹੁਣ ਇਹਦੇ ਤੇ ਜਿਹੜੀ ਪ੍ਰਤੀਕਿਰਿਆ ਵੱਖਰੀ ਵੱਖਰੀ ਹੋ ਸਕਦੀ ਹੈ, ਪਰ ਤੁਹਾਡੇ ਸਵਾਲ ਦੇ ਵਿੱਚ ਇਹ ਗੱਲ ਤਾਂ ਸੀ ਕਿ ਕੁਝ ਲੋਕ ਜਿਹੜੇ ਆ ਉਹ ਪਰਿਵਾਰ ਨੂੰ ਏਦਾਂ ਬਣਾਈ ਰੱਖਣਾ ਚਾਹੁੰਦੇ ਆ ਤੇ ਇਹਨੂੰ ਜੇ ਹੋਰ ਜ਼ਿਆਦਾ ਲਫ਼ਜ਼ ਇੱਕ ਵਰਤਣਾ ਹੋਵੇ ਤਾਂ ਇਹ ਚਾਪਲੂਸੀ ਦੀ ਹੱਦ ਤੱਕ ਜਾਣ ਵਾਲੀ ਗੱਲ ਹੈ। ਜਿਨ੍ਹਾਂ ਲੋਕਾਂ ਦਾ ਤੁਸੀਂ ਨਾਂ ਲਿਆ ਵੀ ਠੀਕ ਹੈ, ਨਹੀਂ ਇਹ ਪਰਿਵਾਰ ਰਹਿਣਾ ਚਾਹੀਦਾ, ਇਹਨਾਂ ਦੀ ਛੱਤ ਛਾਇਆ ਹੇਠ ਹੀ ਸਾਰਾ ਕੰਮ ਚੱਲਣਾ ਚਾਹੀਦਾ। ਪਰ ਜਿਸ ਤਰ੍ਹਾਂ ਦਾ ਪ੍ਰਤੀਕਰਮ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਆਇਆ, ਉਹਦੇ ਤੋਂ ਲੱਗਦਾ ਹੈ ਕਿ ਥੱਲੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਲੀਡਰਸ਼ਿਪ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਤੱਤ ਹੈ ਜਾਂ ਇਸ ਤਰ੍ਹਾਂ ਦਾ ਅੰਸ਼ ਹੈ ਜਿਹੜਾ ਇਸ ਗੱਲੋਂ ਔਖ ਮਹਿਸੂਸ ਕਰ ਰਿਹਾ ਹੈ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜਿਹੜਾ ਆ ਉਹ ਲਗਾਤਾਰ ਜੰਮਿਆ ਰਹਿਣਾ ਚਾਹੀਦਾ, ਜਿਹੜਾ ਇਹ ਵੀ ਮਹਿਸੂਸ ਕਰਦਾ ਹੈ ਵੀ ਇਹ ਠੀਕ ਨਹੀਂ ਹੈ, ਇਹਦੀ ਥਾਂ ਦੇ ਉੱਤੇ ਕੋਈ ਹੋਰ ਵਧੀਆ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਾਗਡੋਰ ਸੰਭਾਲਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਦੇਖਿਆ ਜਾਣਾ ਚਾਹੀਦਾ ਸੀ। ਝੂੰਦਾ ਕਮੇਟੀ ਵੱਲੋਂ ਕੁਝ ਏਦਾਂ ਦੇ ਸੁਝਾਅ ਹੋਣੇ ਚਾਹੀਦੇ ਸੀ, ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਕੋਰ ਕਮੇਟੀ 'ਚ ਗਏ ਨਹੀਂ, ਭਾਵੇਂ ਉਹਨਾਂ ਨੇ ਇਹ ਕਿਹਾ ਕਿ ਕੋਰ ਕਮੇਟੀ 'ਚ ਮੈਂ ਇਸ ਕਰਕੇ ਨਹੀਂ ਜਾ ਸਕਿਆ ਕਿਉਂਕਿ ਮੇਰੇ ਕੋਈ ਨਿੱਜੀ ਜਿਹੜੇ ਸੰਬੰਧੀ ਸੀਗੇ, ਉਹਨਾਂ ਦੇ ਭੋਗ ਸੀ ਕੋਈ, ਇਸ ਕਰਕੇ ਮੈਨੂੰ ਉੱਧਰ ਜਾਣਾ ਪਿਆ ਪਰਿਵਾਰਕ ਤੌਰ ਦੇ ਉੱਤੇ, ਤਾਂ ਨਹੀਂ ਮੈਂ ਗਿਆ। ਪਰ ਨਾਲ ਉਹਨਾਂ ਨੇ ਇੱਕ ਸਵਾਲ ਵੀ ਉਠਾ ਦਿੱਤਾ ਵੀ ਝੂੰਦਾ ਕਮੇਟੀ ਨੇ ਇਹ ਜਿਹੜੀ ਰਿਪੋਰਟ ਹੈ ਉਹ ਸਿੱਧੀ ਜਿਹੜੀ ਕੋਰ ਕਮੇਟੀ 'ਚ ਪੇਸ਼ ਕਰ ਦਿੱਤੀ ਹੈ, ਜਦਕਿ ਪਹਿਲਾਂ ਇਹ ਰਿਵਿਊ ਕਮੇਟੀ ਕੋ ਜਾਣੀ ਸੀ, ਸਮੀਖਿਆ ਕਮੇਟੀ ਕੋ ਜਾਣੀ ਸੀ, ਇਹਦੀ ਸਮੀਖਿਆ ਹੋਣੀ ਸੀ, ਫਿਰ ਉਸ ਤੋਂ ਬਾਅਦ ਇਹ ਜਿਹੜੀ ਰਿਪੋਰਟ ਹੈ ਉਹ ਕੋਰ ਕਮੇਟੀ ਕੋ ਪੇਸ਼ ਹੋਣੀ ਸੀ। ਵੀ ਇਹ ਵਿਧੀ ਜਿਹੜੀ ਹੈ ਸਹੀ ਨਹੀਂ ਅਪਣਾਈ ਗਈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਉਹਨਾਂ ਲੋਕਾਂ ਚੋਂ ਆ ਜਿਨ੍ਹਾਂ ਨੇ ਕਿਸੇ ਵੇਲੇ ਬਾਦਲ ਪਰਿਵਾਰ ਦੀ ਸਰਦਾਰੀ ਦੇ ਖਿਲਾਫ ਬਗਾਵਤ ਵੀ ਕੀਤੀ ਸੀ। ਜਥੇਦਾਰ ਗੁਰਚਰਨ ਸਿੰਘ ਟੌੜਾ ਉਹਨਾਂ ਨੇ ਜਦੋਂ ਸਰਬ ਹਿੰਦ ਅਕਾਲੀ ਦਲ ਬਣਾਇਆ ਤੇ ਉਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਆ ਜਥੇਦਾਰ ਟੌੜਾ ਹੋਰਾਂ ਨਾਲ ਚਲੇ ਗਏ ਸੀ, ਤੇ ਇਸ ਕਰਕੇ ਭਾਵੇਂ ਉਹ ਬਾਅਦ ਵਿੱਚ ਵਾਪਸ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਧੀਨਗੀ ਕਬੂਲ ਕੀਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਬਾਦਲ ਪਰਿਵਾਰ ਦੀ, ਪਰ ਮਨ 'ਚ ਕਿਤੇ ਰੜਕ ਤਾਂ ਰਹੀ ਹੈ ਵੀ ਇਹਨਾਂ ਦੇ ਹੁੰਦਿਆਂ ਜਿਹੜਾ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਹ ਹੋਈ ਹੈ। ਤੇ ਇਸ ਕਰਕੇ ਮਨਪ੍ਰੀਤ ਇਆਲੀ ਤੋਂ ਬਾਅਦ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਇੱਕ ਵੱਖਰਾ ਸਟੈਂਡ ਲੈਣਾ ਜਿਹੜਾ ਆ ਉਹਨੂੰ ਬਗਾਵਤ ਦੇ ਰੂਪ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ, ਬਗਾਵਤੀ ਰੌਂ ਦੱਸਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਬਗਾਵਤੀ ਰੌਂ ਆ। ਇਸ ਤਰ੍ਹਾਂ ਦੇ ਕੁਝ ਹੋਰ ਲੋਕ ਵੀ ਹੋ ਸਕਦੇ ਆ ਜਿਨ੍ਹਾਂ ਦੀ ਨਿਸ਼ਾਨਦੇਹੀ ਇਨ ਫਿਊਚਰ ਜਿਹੜੀ ਆ ਕੁਝ ਦਿਨਾਂ ਤੱਕ ਹੋ ਸਕਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਰੱਖਣ ਦੀ ਜਿਹੜੀ ਇੱਛਾ ਬਾਦਲ ਪਰਿਵਾਰ ਦੀ ਹੈ ਉਹਨੂੰ ਚੈਲੰਜ ਹੋ ਸਕਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਜਿਹੜੀ ਬਿਹਤਰ ਕਰਨ ਦੀ ਇੱਕ ਪ੍ਰੈਕਟਿਸ ਕੀਤੀ ਗਈ ਵੀ ਹਾਂ ਇੱਕ ਕਮੇਟੀ ਬਣਾਤੀ ਹੈ ਤੇ ਉਹ ਸੁਝਾਅ ਦੇਣਗੇ ਤੇ ਅਸੀਂ ਉਹ ਸੁਝਾਅ ਪ੍ਰਵਾਨ ਕਰਾਂਗੇ, ਤੇ ਉਹ ਸੁਝਾਅ ਪ੍ਰਵਾਨ ਕਰਨ ਦੇ ਨਾਂ ਦੇ ਉੱਤੇ ਜਿਵੇਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ, ਸਾਰੇ ਅਹੁਦੇ ਭੰਗ ਕਰ ਦਿੱਤੇ ਗਏ ਆ, ਤੇ ਜੇ ਆਪਣਾ ਅਹੁਦਾ ਵੀ ਨਾਲ ਹੀ ਦੱਸ ਦਿੱਤਾ ਜਾਂਦਾ ਕਿ ਮੈਂ ਵੀ ਪ੍ਰਧਾਨਗੀ ਛੱਡੀ ਤੇ ਨਵੇਂ ਸਿਰੋਂ ਜਿਹੜੀ ਹੈ ਇੱਕ ਜਮਹੂਰੀ ਤਰੀਕੇ ਦੇ ਨਾਲ ਜਿਹੜੀ ਇਲੈਕਸ਼ਨ ਜਿਹੜੀ ਹੋਏਗੀ ਪਾਰਟੀ ਦੀ ਤੇ ਉਹਦੇ 'ਚ ਫਿਰ ਜਿਹੜੇ ਅਹੁਦੇਦਾਰ ਹੈ ਉਹ ਚੁਣੇ ਜਾਣਗੇ। ਅਹੁਦੇਦਾਰ ਅਨਾਊਂਸ ਨਹੀਂ ਕੀਤੇ ਜਾਣਗੇ, ਅਹੁਦੇਦਾਰ ਇਹ ਨਹੀਂ ਹੈ ਕਿ ਪ੍ਰਧਾਨ ਜਿਹੜੇ ਆ ਉਹ ਇਸ ਤਰ੍ਹਾਂ ਦੀ ਅਨਾਊਂਸਮੈਂਟ ਕਰ ਦੇਣ ਜੀ ਹੁਣ ਜੀ ਫਲਾਨਾ ਵਿੰਗ ਆ ਤੇ ਇਹਦਾ ਪ੍ਰਧਾਨ ਆ ਹੋਏਗਾ, ਤੇ ਉਹਦੀ ਇੱਕ ਪ੍ਰਕਿਰਿਆ ਹੋਵੇ ਜਿੱਦਾਂ ਜਿਹੜੀ ਇੱਕ ਜਮਹੂਰੀ ਤਰੀਕੇ ਦੇ ਨਾਲ ਜਿਹੜੀ ਚੋਣ ਹੁੰਦੀ ਆ ਪਾਰਟੀ ਦੇ ਵਿੱਚ, ਪਾਰਟੀਆਂ ਦੇ ਵਿੱਚ,
ਤੇ ਇੱਕ ਇੰਟਰਨਲ ਡੈਮੋਕ੍ਰੇਸੀ ਦੇ ਤਹਿਤ ਉਸ ਪ੍ਰਕਿਰਿਆ ਦੇ ਨਾਲ ਜਿਹੜੇ ਅਹੁਦੇਦਾਰ ਚੁਣੇ ਜਾਣ, ਏਦਾਂ ਦਾ ਕੁਝ ਬਣੇਗਾ ਇਹ ਲੱਗਦਾ ਨਹੀਂ ਹੈ। ਨਹੀਂ ਤਾਂ ਖੁਦ ਵੀ ਆਪਣਾ ਅਹੁਦਾ ਛੱਡ ਕੇ ਉਹ ਕਹਿੰਦੇ ਵੀ ਲਓ ਜੀ ਮੈਂ ਵੀ ਆਪਣਾ ਅਹੁਦਾ ਛੱਡਿਆ ਤੇ ਠੀਕ ਹੈ, ਹੁਣ ਇੱਕ ਜਿਹੜਾ ਇੱਕ ਅਮਲ ਹੈ, ਚੋਣ ਅਮਲ ਜਿਹੜਾ ਆ ਉਹ ਰੂਟੀਨ ਦੇ ਵਿੱਚ ਜਿੱਦਾਂ ਚੜਿਆ ਕਰਦਾ ਸਿਰੇ, ਬਕਾਇਦਾ ਥੱਲੋਂ ਉੱਪਰ ਤੱਕ ਚੋਣ ਹੋਏਗੀ ਤੇ ਉਹਦੇ ਮੁਤਾਬਕ ਜਿਹੜੀ ਹੈ ਪਾਰਟੀ ਅੱਗੇ ਚੱਲੇਗੀ। ਤਾਂ ਸ਼ਾਇਦ ਕੁਝ ਸੰਭਾਵਨਾ ਬਚਦੀ, ਉਹ ਸੰਭਾਵਨਾ ਦਿਖਾਈ ਨਹੀਂ ਦਿੱਤੀ। ਸਗੋਂ ਸੰਭਾਵਨਾ ਜਿਹੜੀ ਪੈਦਾ ਕਰਨ ਦੇ ਨਾਂ ਦੇ ਉੱਤੇ ਇੱਕ ਕਮੇਟੀ ਬਣਾਈ ਸੀ, ਉਹ ਸੰਭਾਵਨਾ ਉਸ ਕਮੇਟੀ ਰਾਹੀਂ ਹੀ ਖਤਮ ਕਰ ਦਿੱਤੀ ਗਈ ਹੈ ਜੀ। ਦਸਾਂਝ ਸਾਹਿਬ, ਮੈਨੂੰ ਲੱਗਦਾ ਹੈ ਕਿ ਜਿਹੜੀ ਮੋਗਾ ਕਨਵੈਨਸ਼ਨ ਹੋਈ ਹੈ ਨਾ, ਉਸ ਤੋਂ ਬਾਅਦ ਜਿਵੇਂ ਅਕਾਲੀ ਦਲ ਦੇ ਵਿੱਚ ਵੱਡੀ ਤਬਦੀਲੀ ਆਈ ਕਿ ਅਕਾਲੀ ਦਲ ਨੇ ਜਿਹੜਾ ਪੰਥਕ ਏਜੰਡਾ ਸੀ ਉਹਨੂੰ ਤਿਆਗਿਆ ਤੇ ਪੰਜਾਬ ਪਾਰਟੀ ਬਣਾਈ ਇੱਕ ਕਿਸਮ ਦੀ। ਉੱਥੋਂ ਇਹਨਾਂ ਦੇ ਵਿੱਚ ਵਿਗਾੜ ਪੈਣਾ ਸ਼ੁਰੂ ਹੋਇਆ। ਜਿਹੜਾ ਜਥੇਬੰਦਕ ਢਾਂਚਾ ਇਹਨਾਂ ਦਾ ਜਥੇਦਾਰਾਂ ਦੇ ਉੱਤੇ ਬੇਸਡ ਹੁੰਦਾ ਸੀਗਾ, ਜਿਨ੍ਹਾਂ ਦੀਆਂ ਭਾਵੇਂ ਉਹ ਲੋਕ ਬਹੁਤੇ ਪੜ੍ਹੇ ਲਿਖੇ ਨਹੀਂ ਸੀ ਹੁੰਦੇ, ਪਰ ਉਹ ਪਾਰਟੀ ਪ੍ਰਤੀ ਵਫਾਦਾਰ ਤੇ ਇਮਾਨਦਾਰ ਬਹੁਤ ਹੁੰਦੇ ਸੀਗੇ। ਉਹਨਾਂ ਨੇ ਜੇਲ੍ਹਾਂ ਕੱਟੀਆਂ ਹੁੰਦੀਆਂ ਸੀ, ਇੱਕ ਕਾਲ ਦੇ ਉੱਤੇ ਉਹ ਪਰਨੇ ਲੈ ਕੇ ਆਪਣੇ ਤੁਰ ਪੈਂਦੇ ਸੀ ਜੇਲ੍ਹਾਂ ਵੱਲ ਨੂੰ, ਜਿੱਧਰ ਨੂੰ ਇਹ ਕਾਲ ਦਿੰਦੀ ਸੀ ਪਾਰਟੀ, ਜਿਹੜਾ ਆਪਾਂ ਨਿੱਕੇ ਹੁੰਦੇ ਇਤਿਹਾਸ ਇਹਨਾਂ ਦਾ ਵੇਖਦੇ ਆਏ ਹਾਂ। ਪਰ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਨੇ ਇਹਨੂੰ ਕਾਰਪੋਰੇਟ ਵਾਂਗੂ ਚਲਾਉਣ ਦਾ ਤਹੀਆ ਕੀਤਾ, ਜਿਸ ਤਰੀਕੇ ਨਾਲ ਉਹਨਾਂ ਨੇ ਸਬਜ਼ ਬਾਗ ਦਿਖਾਏ, ਕਦੀ ਪੰਜਾਬ ਨੂੰ ਕੈਲੀਫੋਰਨੀਆ, ਕਦੀ ਇੱਕ ਵਿੰਡੋ ਤੇ ਸਾਰਾ ਕੁਝ, ਤੇ ਉਹਨਾਂ ਨੂੰ ਪ੍ਰੋਜੈਕਟ ਵੀ ਇੱਦਾਂ ਹੀ ਕੀਤਾ ਜਾਂਦਾ ਰਿਹਾ ਕਿ ਉਹ ਪੰਜਾਬ ਦੇ ਬੜੇ ਵੱਡੇ ਮਸੀਹਾ ਨੇ, ਸ਼ਾਇਦ ਉਹ ਬੜੇ ਵੱਡੇ ਕੰਮ ਕਰ ਦੇਣਗੇ, ਜਿੱਦਾਂ ਪਾਣੀ ਵਾਲੀਆਂ ਬੱਸਾਂ ਵਾਲੇ ਜ਼ਿਕਰ ਕਰਦੇ ਰਹੇ। ਤੇ ਹਾਲਾਤ ਇਹ ਬਣ ਗਏ ਕਿ ਲੋਕਾਂ ਨੇ ਉਹਨਾਂ ਦਾ ਮਖੌਲ ਬਣਾਉਣਾ ਸ਼ੁਰੂ ਕਰ ਦਿੱਤਾ। ਕੁਝ ਕੁ ਉਹਨਾਂ ਕੰਮ ਕੀਤੇ ਵੀ ਆ ਜਿਹੜੇ ਲੋਕਾਂ ਨੂੰ ਲੱਗਦਾ ਅਜੇ ਵੀ ਕੁਝ ਲੋਕ ਜਿਹੜੇ ਉਹਦੇ ਪ੍ਰਸ਼ੰਸਕ ਆ। ਅੰਮ੍ਰਿਤਸਰ ਵਾਲੇ ਗਲਿਆਰਾ ਸਕੀਮ ਵਾਲੀ ਗੱਲ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਬੜਾ ਖੂਬਸੂਰਤ ਬਣਾ ਦਿੱਤਾ ਸੀਗਾ। ਕੁਝ ਇੱਕ ਹੋਰ ਚੀਜ਼ਾਂ 'ਚ ਉਹਨਾਂ ਦੇ ਡ੍ਰੀਮ ਸੀਗੇ ਕਿ ਮੈਂ ਪੰਜਾਬ 'ਚ ਆਹ ਕਰਨਾ, ਪਰ ਉਹ ਜਿਹੜਾ ਸਿਸਟਮ ਆ ਉਹਨੂੰ ਉਹ ਬਦਲ ਨਾ ਸਕੇ ਤੇ ਕਰ ਨਹੀਂ ਪਾਏ। ਉਹਨਾਂ ਦਾ ਜ਼ਿਆਦਾ ਧਿਆਨ ਆਪਣੇ ਬਿਜ਼ਨਸ ਵੱਲ ਸੀਗਾ ਤੇ ਉਹਨਾਂ ਨੇ ਆਪਣੇ ਹੋਟਲਾਂ ਨਾਲ ਜ਼ਿਆਦਾ ਧਿਆਨ ਦਿੱਤਾ ਤੇ ਸਿਆਸਤ ਵੱਲ ਘੱਟ ਦਿੱਤਾ, ਜਿਹਦੇ ਕਰਕੇ ਪੰਜਾਬ ਦੀ ਇਹ ਹਾਲਤ ਹੋਈ। ਇੱਥੇ ਇੱਕ ਰੇਡੀਓ ਸਟੇਸ਼ਨ 'ਤੇ ਗੁਰਬਚਨ ਭੁੱਲਰ ਹੀ ਆਉਂਦੇ ਹੁੰਦੇ ਸੀ, ਉਹਨਾਂ ਨੂੰ ਤੁਸੀਂ ਜਾਣਦੇ ਹੋ, ਟ੍ਰਿਬਿਊਨ 'ਚ ਵੀ ਰਹੇ, ਬਜ਼ੁਰਗ ਹੋ ਗਏ ਹੁਣ ਤਾਂ ਉਹ ਨਹੀਂ ਆਉਂਦੇ ਉੱਥੇ। ਉਹ ਜਦੋਂ ਗੱਲ ਕਰਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਕਿ ਸੁਖਬੀਰ ਬਾਦਲ ਦੀ ਬਾਡੀ ਲੈਂਗੁਏਜ ਇੱਦਾਂ ਦੀ ਆ ਜਿੱਦਾਂ ਉਹ ਅੱਧੀਆਂ ਬਾਹਾਂ ਵਾਲਾ ਕੁੜਤਾ ਪਾ ਕੇ ਬਾਹਾਂ ਖਿਲਾਰ ਕੇ ਤੁਰਦਾ, ਜਿੱਦਾਂ ਕੁੱਕੜ ਤੁਰਦਾ ਨਾ ਬਾਹਰ ਨੂੰ ਖੰਭ ਖਿਲਾਰ ਕੇ। ਉਹ ਚੀਜ਼ਾਂ ਵੀ ਲੋਕਾਂ ਨੇ ਦਿਮਾਗ 'ਚ ਬੈਠੀਆਂ ਹੋਈਆਂ ਨੇ ਕਿ ਜਿਹੜਾ ਇਹਦਾ ਹੰਕਾਰ ਤੇ ਇਸ ਤਰ੍ਹਾਂ ਦਾ ਇਹਨਾਂ ਦਾ ਸਿਸਟਮ ਦੇ ਵਿੱਚ ਆ ਜਾਂਦਾ ਆ, ਉਹ ਅਲਟੀਮੇਟਲੀ ਪਾਰਟੀ ਨੂੰ ਤਬਾਹ ਕਰ ਦਿੰਦਾ। ਤੇ ਹੁਣ ਵੀ ਮਰਿਆਦਾ ਤੇ ਇਹ ਆ, ਖਾਸ ਕਰਕੇ ਸਿੱਖ ਪੰਥ ਦੀ ਮਰਿਆਦਾ ਇਹ ਆ ਕਿ ਜਦੋਂ ਕੋਈ ਉਲਝਣ ਪੈਂਦੀ ਆ ਤੇ ਫਿਰ 5 ਪਿਆਰੇ ਥਾਪ ਲਓ, ਉਹਨਾਂ ਦੇ ਫੈਸਲੇ ਲਾਗੂ ਕਰ ਲਓ। ਕੋਈ ਇੱਦਾਂ ਦੀ ਪ੍ਰੈਜ਼ੀਡੀਅਮ ਬਣਾ ਦਿੰਦੇ, 5 ਮੈਂਬਰਾਂ ਦੀ ਕਮੇਟੀ ਬਣਾ ਦਿੰਦੇ, ਉਹ ਮੁੜ ਤੋਂ ਮੁਲਾਂਕਣ ਕਰਦੀ ਸਾਰਾ। ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਡੈਮੋਕ੍ਰੇਟਿਕ ਤੌਰ ਤਰੀਕਿਆਂ ਨਾਲ ਸਾਰੇ ਵਿੰਗ ਬਣਾਏ ਜਾਂਦੇ, ਸਾਰਾ ਕੁਝ ਕੰਮ ਜਿਹੜਾ ਮੁੜ ਤੋਂ ਇੱਕ ਵੀ ਨਹੀਂ ਨਵ ਸਾਰੀ ਕੀਤੀ ਜਾਂਦੀ ਅਕਾਲੀ ਦਲ ਦੀ, ਤੇ ਕੋਈ ਸੰਭਾਵਨਾ ਬਚਦੀ ਸੀ। ਪਰ ਜਿਹੜਾ ਕੰਮ ਹੁਣ ਕੀਤਾ ਗਿਆ ਉਹ ਤਾਂ ਇੱਕ ਕਿਸਮ ਦੀ ਇੱਕ ਖੇਡ ਆ, ਸਿਆਸੀ ਖੇਡ, ਜਿਹਦਾ ਕੋਈ ਰਿਜ਼ਲਟ ਪੋਜ਼ਿਟਿਵ ਆਉਣ ਦੀ ਸੰਭਾਵਨਾ ਬਹੁਤ ਦੂਰ ਤੱਕ ਨਜ਼ਰ ਨਹੀਂ ਆਉਂਦੀ। ਦੇਖੋ, ਬਦਲਦੇ ਹੋਏ ਸਮੇਂ ਦੇ ਵਿੱਚ ਪਾਰਟੀਆਂ ਨੇ ਵੀ ਬਦਲਣਾ ਹੁੰਦਾ। ਜਿਹੜੀ ਪ੍ਰੈਕਟਿਸ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਲਣ ਵਾਸਤੇ ਕੀਤੀ, ਜਦੋਂ ਉਸ ਮੈਪ ਦੇ ਉੱਤੇ ਉਸ ਜੋ ਉਹਨਾਂ ਦਾ ਤਰੀਕਾ ਸੀ ਕੰਮ ਕਰਨ ਦਾ ਉਹਦੇ ਤੇ ਚੱਲ ਰਹੇ ਸੀ, ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾਉਣ ਦੀ ਜਿਹੜੀ ਉਹਨਾਂ ਨੇ ਪ੍ਰੈਕਟਿਸ ਕੀਤੀ, ਉਸ ਵੇਲੇ ਉਹਦੇ ਬਹੁਤ ਪੋਜ਼ਿਟਿਵ ਕਿਸਮ ਦੇ ਨਤੀਜੇ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ 'ਚ ਨਿਕਲ ਰਹੇ ਸੀ। ਜਿਵੇਂ ਉਹਨਾਂ ਨੇ ਉਹ ਇੱਕ ਕਿਰਦਾਰ ਜਾਂ ਕਰੈਕਟਰ ਸ਼੍ਰੋਮਣੀ ਅਕਾਲੀ ਦਲ ਦਾ ਬਦਲਣ ਦੀ ਕੋਸ਼ਿਸ਼ ਦੇ ਵਿੱਚ ਸਾਰਿਆਂ ਨੂੰ, ਮਤਲਬ ਪੰਜਾਬੀ ਪਾਰਟੀ ਜਿਹੜਾ ਤੁਸੀਂ ਕਹਿ ਰਹੇ ਸਾਰਿਆਂ ਨੂੰ ਨਾਲ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ, ਉਹਦੇ ਬੜੇ ਪੋਜ਼ਿਟਿਵ ਨਤੀਜੇ ਵੀ ਨਿਕਲੇ। ਤੇ ਉਦੋਂ ਜਿਹੜੇ ਪੋਲੀਟੀਕਲ ਕ੍ਰਿਟਿਕ ਸੀਗੇ ਉਹਨਾਂ ਨੇ ਇਸ ਗੱਲੋਂ ਪ੍ਰਸ਼ੰਸਾ ਵੀ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ। ਤੇ ਜਦੋਂ ਮਤਲਬ ਇੱਕ ਰੀਤ ਟੁੱਟੀ ਪੰਜਾਬ ਦੇ ਵਿੱਚ ਵੀ ਆਮ ਤੌਰ ਦੇ ਉੱਤੇ ਰਿਪੀਟ ਨਹੀਂ ਹੁੰਦੀ ਸਰਕਾਰ ਕੋਈ ਵੀ, ਇੱਕ ਵਾਰੀ ਕਾਂਗਰਸੀ ਆ ਗਏ, ਇੱਕ ਵਾਰੀ ਅਕਾਲੀ ਆ ਗਏ। ਜਦੋਂ 2002 ਤੋਂ ਬਾਅਦ 2002 ਤੋਂ ਬਾਅਦ ਨਹੀਂ, ਹਾਂ 2002 ਤੋਂ ਬਾਅਦ 2007 ਤੇ 7 ਤੋਂ ਬਾਅਦ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤੇ 2012 ਦੇ ਵਿੱਚ ਜਦੋਂ ਰਿਪੀਟ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਉਹਦੇ ਕਾਰਨ ਭਾਵੇਂ
ਅਸੀਂ ਹੋਰ ਕਾਰਨ ਲੱਭੇ ਸੀ। ਉਦੋਂ ਅਸੀਂ ਕਾਰਨ ਮਨਪ੍ਰੀਤ ਬਾਦਲ ਲੱਭਿਆ ਸੀ ਕਿ ਮਨਪ੍ਰੀਤ ਬਾਦਲ ਜਿਹੜੇ ਬਗਾਵਤ ਕਰਕੇ ਗਏ, ਜਿਹੜੇ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੜ੍ਹਾਂ 'ਚ ਬੈਠ ਜਾਣਗੇ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੱਤਾ 'ਚ ਲਿਆਉਣ ਦਾ। ਪਰ ਆਮ ਪੋਲੀਟੀਕਲ ਕ੍ਰਿਟਿਕ ਨੇ ਇਹ ਗੱਲ ਉਦੋਂ ਬੜੀ ਜ਼ੋਰ ਨਾਲ ਕਹੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਨੇ ਰੀਤ ਤੋੜ ਦਿੱਤੀ ਹੈ ਵੀ ਦੁਬਾਰਾ ਸੱਤਾ 'ਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਆਇਆ 5 ਸਾਲ ਪੂਰੇ ਕਰਨ ਤੋਂ ਬਾਅਦ, ਅਗਲੇ 5 ਸਾਲਾਂ ਲਈ। ਤੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਾਬਲੀਅਤ ਹੈ। ਉਦੋਂ ਉਹਨਾਂ ਦੀ ਬੜੀ ਪ੍ਰਸ਼ੰਸਾ ਕੀਤੀ ਗਈ ਵੀ ਕਮਾਲ ਦੀ ਮੈਨੇਜਮੈਂਟ ਹੈ, ਤੇ ਉਦੋਂ ਉਹਨਾਂ ਨੂੰ ਹੀਰੋ ਬਣਾਇਆ ਗਿਆ। ਤੇ ਪਰ ਉਦੋਂ ਨਾਲ ਦੂਸਰੀ ਜਿਹੜਾ ਨੁਕਤਾ ਸੀ ਉਸ ਵੱਲ ਧਿਆਨ ਨਹੀਂ ਦਿੱਤਾ ਗਿਆ ਕਿ ਗਲਤੀ ਕਿੰਨੀ ਵੱਡੀ ਨਾਲ ਹੋ ਰਹੀ ਹੈ। ਉਦੋਂ ਦੋ ਗੱਲਾਂ ਵਾਪਰ ਰਹੀਆਂ ਸੀ। ਇੱਕ ਗੱਲ ਤਾਂ ਇਹ ਵਾਪਰ ਰਹੀ ਸੀ ਕਿ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਾਪਤੀ ਦੱਸਿਆ ਜਾ ਰਿਹਾ ਸੀ ਕਿ ਇਹਨਾਂ ਨੇ ਮਤਲਬ ਇੱਕ ਸੀਮਤ ਦਾਇਰੇ ਤੋਂ ਬਾਹਰ ਨਿਕਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸਮੁੱਚੇ ਪੰਜਾਬ ਦੀ ਪਾਰਟੀ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ, ਉਹਦੇ ਚੰਗੇ ਸਿੱਟੇ ਨਿਕਲੇ ਆ। ਉਹੀ ਸਮਾਂ ਸੀ ਜਦੋਂ ਬਹੁਤ ਸਾਰੇ ਹਿੰਦੂ ਚਿਹਰੇ ਜਿਹੜੇ ਆ ਲੀਡਰਸ਼ਿਪ ਵਿੱਚ ਲਿਆਂਦੇ ਗਏ। ਉਹੀ ਸਮਾਂ ਸੀ ਜਦੋਂ ਆ ਜੀਰਕਪੁਰ ਵਾਲਾ ਜਿਹੜਾ ਸ਼ਰਮਾ, ਨਾ ਭੁੱਲ ਗਿਆ ਮੈਂ ਪੂਰਾ, ਤੇ ਇਹਨੂੰ ਲਿਆਂਦਾ ਗਿਆ ਤੇ ਇਹਨੇ ਬਹੁਤ ਵੱਡੇ ਪੱਧਰ ਦੇ ਉੱਤੇ ਮੋਹਾਲੀ ਏਰੀਏ ਦੇ ਵਿੱਚ ਜਿਹੜਾ ਆ ਉਹ ਆਪਣੇ ਆਪ ਨੂੰ ਵੀ ਸਥਾਪਿਤ ਕੀਤਾ, ਆਪਣੇ ਬਿਜ਼ਨਸ ਵੀ ਸਥਾਪਿਤ ਕੀਤੇ, ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਵਿਸਥਾਰ ਉਹਦੇ ਨਾਲ ਹੋਇਆ। ਤੇ ਪਰ ਉਦੋਂ ਜਿਹੜਾ ਦੂਜਾ ਕੰਮ ਉਹ ਨਾਲ ਨਾਲ ਕਰ ਰਹੇ ਸੀ, ਜਿਹੜਾ ਉਹਨਾਂ ਨੇ ਇੱਕ ਵਿਦਿਆਰਥੀ ਵਿੰਗ ਜਿਹੜਾ ਤਿਆਰ ਕੀਤਾ ਜਿਹਨੂੰ ਸੋਈ ਕਿਹਾ ਗਿਆ, ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ, ਪੋਲੀਟੀਕਲ ਕ੍ਰਿਟਿਕ ਨੇ ਉਹਦੇ ਵੱਲ ਉਦੋਂ ਧਿਆਨ ਨਹੀਂ ਦਿੱਤਾ ਕਿ ਉੱਥੇ ਕਿੰਨੀ ਵੱਡੀ ਕੁਤਾਹੀ ਹੋ ਰਹੀ ਸੀ। ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਭਾਵੇਂ ਵੱਖਰੇ ਵੱਖਰੇ ਧੜੇ ਰਹੇ ਆ, ਵਿਦਿਆਰਥੀ ਵਿੰਗ ਦੇ ਤੌਰ ਦੇ ਉੱਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਹੀ ਜਿਹੜੀ ਮਾਨਤਾ ਮਿਲਦੀ ਰਹੀ ਹੈ। ਤੇ ਪਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਖਹਿੜਾ ਛੁਡਾ ਕੇ ਸੋਈ ਦਾ ਗਠਨ ਜਿਹੜਾ ਕੀਤਾ, ਜਿਹਨੂੰ ਡ੍ਰੀਮ ਪ੍ਰੋਜੈਕਟ ਵੀ ਕਿਹਾ ਗਿਆ ਸੁਖਬੀਰ ਬਾਦਲ ਦਾ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ, ਉਹਦੇ 'ਚ ਜਿਹੜੇ ਲੋਕ ਜਿਹੜੇ ਨਵੇਂ ਲਿਆਂਦੇ ਗਏ, ਉੱਥੇ ਜੋ ਕੁਝ ਹੋ ਰਿਹਾ ਸੀ ਉਹਦੇ ਵੱਲ ਪੋਲੀਟੀਕਲ ਕ੍ਰਿਟਿਕ ਨੇ ਬਹੁਤਾ ਧਿਆਨ ਨਹੀਂ ਦਿੱਤਾ, ਜਿਹੜਾ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ 'ਚ ਬੈਠ ਗਿਆ। ਜਿਹਦੇ ਤੋਂ ਬਾਅਦ ਫਿਰ ਇਹ ਗੈਂਗਸਟਰਾਂ ਨੂੰ ਪੁਸ਼ਤਪਨਾਹੀ ਦੇ ਦੋਸ਼ ਲੱਗਣੇ ਸ਼ੁਰੂ ਹੋਏ, ਜਿਸ ਤੋਂ ਬਾਅਦ ਆ ਜਿਹੜੀਆਂ ਸਥਿਤੀਆਂ ਅੱਜ ਅਸੀਂ ਦੇਖ ਰਹੇ ਹਾਂ। ਉਦੋਂ ਫਿਰ ਹੁਣ ਜਦੋਂ ਪੋਲੀਟੀਕਲ ਕਨੈਕਸ਼ਨ ਲੱਭੇ ਜਾਂਦੇ ਆ ਇਹਨਾਂ ਗੈਂਗਸਟਰਾਂ ਦੇ, ਤੇ ਫਿਰ ਸਭ ਤੋਂ ਪਹਿਲਾਂ ਨਾ ਸ਼੍ਰੋਮਣੀ ਅਕਾਲੀ ਦਲ ਦਾ ਆਉਂਦਾ ਹੈ ਵੀ ਇਹਨਾਂ ਨੇ ਇੱਕ ਸਰਪ੍ਰਸਤੀ ਦਿੱਤੀ। ਵਿਦਿਆਰਥੀਆਂ ਦੇ ਕੁਝ ਏਦਾਂ ਦੇ ਅੰਸਰ ਜਿਹੜੇ ਆ ਸੋਈ ਦੇ ਵਿੱਚ ਆ ਗਏ, ਜਿਹੜੇ ਬਹੁਤ ਕੁਝ ਚਾਹੁੰਦੇ ਸੀ, ਐਨਰਜੀ ਬੜੀ ਸੀ, ਪਰ ਬਹੁਤ ਕੁਝ ਚਾਹੁੰਦੇ ਸੀ, ਸਿਆਸਤ ਨੂੰ ਵੀ ਕੰਟਰੋਲ ਕਰਨਾ ਚਾਹੁੰਦੇ ਸੀ, ਕਿ ਸਿਆਸਤ ਦੇ ਹੱਥਾਂ ਚੋਂ ਨਿਕਲਦੇ ਵੀ ਚਲੇ ਗਏ। ਇਹ ਜਿਹੜੀ ਇੱਕ ਬੜੀ ਵੱਡੀ ਕੁਤਾਹੀ ਹੋਈ, ਇਹਦੇ ਵੱਲ ਉਦੋਂ ਧਿਆਨ ਨਹੀਂ ਦਿੱਤਾ ਗਿਆ। ਦੂਜੀ ਗੱਲ ਜਿਹੜੀ ਇਹ ਕਰ ਰਹੇ ਸੀ ਪੰਜਾਬੀ ਪਾਰਟੀ ਬਣਾ ਕੇ, ਉਹਨੂੰ ਬਹੁਤ ਜ਼ਿਆਦਾ ਪ੍ਰਸ਼ੰਸਾ ਮਿਲੀ। ਸੋ ਇਹ ਇੱਕ ਪੂਰੀ ਦਾ ਪੂਰਾ ਜਿਹੜਾ 10-15 ਸਾਲ ਦਾ ਜਿਹੜਾ ਇਹ ਇੱਕ ਪ੍ਰੋਸੈਸ ਹੈ, ਉਹਦੇ 'ਚ ਇੱਕ ਪੱਖ ਤੋਂ ਸੁਖਬੀਰ ਸਿੰਘ ਬਾਦਲ ਨੂੰ ਨਾਇਕ ਬਣਾ ਦਿੱਤਾ ਗਿਆ, ਦੂਜਾ ਪੱਖ ਅੱਜ ਸਾਡੇ ਸਾਹਮਣੇ ਆ ਰਿਹਾ ਵੀ ਜਿੱਥੇ ਇੰਨੀਆਂ ਗਲਤੀਆਂ ਹੋਈਆਂ, ਜਦੋਂ ਸ਼੍ਰੋਮਣੀ ਅਕਾਲੀ ਦਲ ਰਸਾਤਲ ਦੇ ਵਿੱਚ ਚਲਾ ਗਿਆ ਪਿਛਲੇ 5-7 ਸਾਲ ਦੇ ਵਿੱਚ। ਸੋ ਇਹ ਗਲਤੀ ਜਿਹੜੀ ਹੋਈ ਹੈ ਉਹਨੂੰ ਸੁਧਾਰਨ ਦਾ ਮੌਕਾ ਸੀ ਹੁਣ ਇਸ ਵੇਲੇ ਵੀ ਸੁਖਬੀਰ ਬਾਦਲ ਤੇ ਬਾਦਲ ਪਰਿਵਾਰ, ਮੈਂ ਇਹ ਨਹੀਂ ਕਿਹਾ ਸੀ ਕਦੀ ਵੀ ਉਹ ਪਾਸੇ ਹਟ ਜਾਣ, ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਚਲੇ ਜਾਣ, ਤੇ ਮੈਂ ਤਾਂ ਇਹੀ ਕਿਹਾ ਸੀ ਕਿ ਆਖਰੀ ਬੈਂਚ ਤੇ ਬੈਠਣ ਦਾ ਫੈਸਲਾ ਕਰ ਲੈਣ ਵੀ ਅਸੀਂ ਹੁਣ 5-4 ਸਾਲ ਲਈ ਆਖਰੀ ਬੈਂਚ ਤੇ ਬੈਠਣਾ ਹੈ, ਰਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਤੇ ਹਮੇਸ਼ਾ ਹੀ ਜਿਹੜੀ ਵੀ ਮਦਦ ਹੋਈ ਆਰਥਿਕ ਤੌਰ ਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਕਰਾਂਗੇ, ਪਰ ਲੀਡਰਸ਼ਿਪ ਛੱਡ ਕੇ ਆਖਰੀ ਬੈਂਚਾਂ ਤੇ ਬੈਠਣ ਦਾ 5 ਸਾਲ ਦਾ ਜੇ ਸਮਾਂ ਉਹ ਕੱਢ ਲੈਂਦੇ ਤਾਂ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਬਿਹਤਰ ਸਥਿਤੀ 'ਚ ਪਹੁੰਚਣ ਦਾ ਕੋਈ ਨਾ ਕੋਈ ਰਸਤਾ ਲੱਭ ਲੈਂਦਾ। ਜੀ ਮੈਨੂੰ ਲੱਗਦਾ ਹੈ ਕਿ ਜਿੱਦਾਂ ਇਸ ਤਰ੍ਹਾਂ ਦੇ ਲੀਡਰ ਵੱਡੇ ਬਣ ਜਾਂਦੇ ਆ ਜੀ, ਫਿਰ ਉਹਨਾਂ ਵਾਸਤੇ ਬੜਾ ਮੁਸ਼ਕਲ ਹੁੰਦਾ ਹੈ ਕਿ ਕਿਸੇ ਹੋਰ ਨੂੰ ਅਗਵਾਈ ਦੇ ਕੇ ਆਪ ਉਹਦੇ ਪਿੱਛੇ ਬੈਠਣ। ਇਹ ਮੈਨੂੰ ਲੱਗਦਾ ਹੈ ਕਿ ਇੱਥੋਂ ਹੀ ਮਾਰ ਖਾਧੀ ਆ ਕਾਂਗਰਸ ਨੇ ਕੇਂਦਰ ਦੇ ਵਿੱਚ, ਤੇ ਪੰਜਾਬ 'ਚ ਤਜਰਬਾ ਕਰਕੇ ਵੇਖ ਲਿਆ, ਕਦੀ ਕਿਸੇ ਨੂੰ ਕਿਤੇ ਵੀ ਗੱਲ ਸੈੱਟ ਬਹਿੰਦੀ ਨਹੀਂ ਮੁੜ ਕੇ। ਇਸ ਕਰਕੇ ਵੀ ਸ਼ਾਇਦ ਉਹਨਾਂ ਦੇ ਅੰਦਰ ਦਾ ਡਰ ਹੋਵੇ ਕਿ ਇੱਕ ਵਾਰੀ ਜੇ ਮੈਂ ਉਖੜ ਗਿਆ ਤੇ ਮੁੜ ਕੇ ਦੁਬਾਰਾ ਅਕਾਲੀ ਦਲ ਨੂੰ ਉਸ ਤਰੀਕੇ ਨਾਲ ਚਲਾ ਸਕਣਾ ਜਾਂ ਉੱਤੇ ਕਮਾਂਡ ਦੁਬਾਰਾ ਹਾਸਲ ਕਰਨਾ ਬਹੁਤ ਔਖਾ। ਹਾਲਾਂਕਿ ਪਾਰਟੀ ਦੇ ਅੰਦਰੋਂ ਕੁਝ ਲੋਕ ਇਹ ਮਹਿਸੂਸ ਕਰਦੇ ਆ ਕਿ ਜੇ ਸੁਖਬੀਰ ਬਾਦਲ ਰੀਲਾਂਭੇ ਹੋ ਗਏ ਤੇ ਜਿਹੜੀ ਫੰਡਿੰਗ ਵਾਲਾ ਮਸਲਾ ਉਹ ਬੜਾ ਖਰਾਬ ਹੋ ਜਾਣਾ, ਤੇ ਜਿਹੜੇ ਮੈਂਬਰ ਦਾ ਤੁਸੀਂ ਨਾਂ ਲੈ ਰਹੇ ਹੋ ਆਪਣੇ ਜੀਰਕਪੁਰ ਵਾਲੇ ਹਲਕੇ ਵਾਲਾ, ਉਹੋ ਜਿਹੇ ਵਿਅਕਤੀ ਵੀ ਇਸ ਕਰਕੇ ਨਹੀਂ ਲਿਆਂਦੇ ਗਏ ਸੀ ਅਕਾਲੀ ਦਲ 'ਚ ਕਿ ਉਹ ਹਿੰਦੂ ਚਿਹਰੇ ਸੀ ਜਾਂ ਬੜੇ ਪ੍ਰਭਾਵਸ਼ਾਲੀ ਚਿਹਰੇ ਸੀਗੇ। ਉਹ ਵੀ ਫੰਡਿੰਗ ਦਾ ਇੱਕ ਤਰੀਕਾ ਸੀਗਾ ਕਿ ਉਹ ਲੋਕ ਜਿਹੜੇ ਆ ਉਹ ਬਿਜ਼ਨਸਮੈਨ ਸੀਗੇ, ਪ੍ਰਾਪਰਟੀ ਦੇ ਧੰਦਿਆਂ 'ਚ ਪੈਸਾ ਕਮਾ ਰਹੇ ਸੀਗੇ। ਜਿੱਦਾਂ ਐਨ ਹੁਣ
ਆਮ ਆਦਮੀ ਪਾਰਟੀ ਨੇ ਆਖਰੀ ਦਿਨਾਂ ਦੇ ਵਿੱਚ ਕੁਲਵੰਤ ਸਿੰਘ ਇਹਨਾਂ ਨੂੰ ਲੈ ਕੇ ਆਂਦਾ ਆ। ਬਿਲਕੁਲ ਇਸੇ ਤਰ੍ਹਾਂ ਹੀ ਅਕਾਲੀ ਦਲ ਜਾਂ ਬਾਕੀ ਪਾਰਟੀਆਂ ਕਰਦੀਆਂ ਨੇ ਕਿ ਜਿਹੜੇ ਸਾਡੇ ਪੈਸੇ ਧੇਲੇ ਦੇ ਸੋਰਸ ਜਾਂ ਪੈਸਾ ਆ ਕਿੱਦਾਂ ਰਿਹਾ ਆ, ਉਹ ਲੀਗਲ ਕਮਾਈ ਆ ਕਿ ਗੈਰ ਕਾਨੂੰਨੀ, ਇਹ ਕੋਈ ਨਹੀਂ ਵੇਖਦਾ। ਵੇਖਦੇ ਆ ਕਿ ਇਸ ਬੰਦੇ ਕੋਲ ਪੈਸੇ ਆ ਤੇ ਇਹਦੇ ਬਿਨਾ ਕੰਮ ਚੱਲਣਾ ਨਹੀਂ ਸਾਡਾ, ਉਹਨੂੰ ਜੋੜ ਲਓ ਨਾਲ। ਤੇ ਜਾਂ ਫਿਰ ਬਾਹੂਬਲੀ ਜੋੜ ਲਏ ਜਾਂਦੇ ਆ ਜਿਹੜੇ ਦੂਜਿਆਂ ਨੂੰ ਡਰਾ ਧਮਕਾ ਕੇ ਚੁੱਪ ਕਰਾ ਸਕਣ। ਜੇ ਤੁਹਾਡੀਆਂ ਕਮੇਟੀਆਂ 'ਚ ਇਹੋ ਜਿਹੇ ਬੰਦੇ ਬਹਾਤੇ ਜਾਣ ਕਿ ਮਾੜਾ ਬੰਦਾ ਉੱਥੇ ਵਿਚਾਰਾ ਜ਼ਬਾਨ ਹੀ ਨਾ ਖੋਲ੍ਹ ਸਕੇ, ਤੇ ਫਿਰ ਪਾਰਟੀਆਂ ਤਾਂ ਇੱਦਾਂ ਹੀ ਚੱਲਦੀਆਂ ਜੇ, ਇੱਦਾਂ ਹੀ ਚਲਾ ਰਹੇ ਆ ਸਾਰੇ ਲਗਭਗ ਸਣੇ ਹੀ ਹੁਣ ਨਵੀਂ ਪਾਰਟੀ ਦੇ ਜੀ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇਸੇ ਕਰਕੇ ਮੈਂ ਜਦੋਂ ਗੱਲ ਕਰ ਰਿਹਾ ਸੀ ਤੇ ਮੈਂ ਨਾਲ ਇਹ ਵੀ ਕਿਹਾ ਸੀ ਵੀ ਇਹਨਾਂ ਨੇ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਵਿਸਥਾਰ ਕਰਨ 'ਚ ਵੀ ਭੂਮਿਕਾ ਨਿਭਾਈ ਤੇ ਆਪਣੇ ਬਿਜ਼ਨਸ ਨੂੰ ਵੀ ਬਹੁਤ ਦੂਣਾ ਚੌਣਾ ਕਰ ਲਿਆ। ਇੱਦਾਂ ਦੇ ਲੋਕਾਂ ਨੇ, ਬਹੁਤ ਸਾਰੇ ਹੋਰ ਇੱਦਾਂ ਦੇ ਲੋਕ ਹੈਗੇ ਆ। ਜਦੋਂ ਤੁਸੀਂ ਇਹਦੀ ਫੋਲਾਫਾਲੀ ਕਰਨ ਲੱਗੋਗੇ ਤਾਂ ਤੁਹਾਨੂੰ ਹਰ ਥਾਂ ਦੇ ਉੱਤੇ ਕੁਝ ਨਾ ਕੁਝ ਇੱਦਾਂ ਦਾ ਲੱਭ ਹੋਊਗਾ। ਇਹ ਤਾਂ ਉੱਥੇ ਵੀ ਲੱਭਦਾ ਦਿਖਾਈ ਦੇ ਰਿਹਾ ਪੱਛਮੀ ਬੰਗਾਲ ਵਰਗੇ ਸੂਬੇ ਦੇ ਵਿੱਚ, ਜਿੱਥੇ ਮੁਕਾਬਲਤਨ ਇੱਦਾਂ ਦੇ ਘੱਟ ਮਾਮਲੇ ਸਾਹਮਣੇ ਆਉਂਦੇ ਆ ਤੇ ਉੱਥੇ ਚੌਥੀ ਰੇਡ ਹੋ ਰਹੀ ਆ ਪਾਰਥ ਚੈਟਰਜੀ ਦੀ, ਜਿਹੜੀ ਇੱਕ ਸੰਬੰਧੀ ਹੈਗੀ ਅਰਪਤਾ ਚੈਟਰਜੀ, ਜਿੱਥੇ ਕਰੋੜਾਂ ਰੁਪਏ ਜਿਹੜੇ ਕੈਸ਼ ਲੱਭ ਰਹੇ ਆ। ਤੇ ਲੋਕ ਸਵਾਲ ਉਠਾਉਣ ਲੱਗ ਪਏ ਆ। ਜਿਹੜਾ ਮਮਤਾ ਬੈਨਰਜੀ ਦੇ ਉੱਤੇ ਜਿਹੜੇ ਸਵਾਲ ਉੱਠਦੇ ਆ ਜਾਂ TMC ਤੇ ਉੱਠਦੇ, ਉਹ ਤਾਂ ਆਪਣੇ ਥਾਂ ਤੇ ਉੱਠਦੇ ਆ, ਪਰ ਲੋਕ ਨਾਲ ਮਖੌਲ ਵੀ ਕਰਨ ਲੱਗ ਪਏ ਆ। ਜਿੱਥੇ ਹੁਣ 20 ਕਰੋੜ ਰੁਪਏ ਜਿਹੜੇ ਲੱਭ ਰਹੇ ਆ, ਇੱਕ ਦਿਨ 21 ਕਰੋੜ ਲੱਭਿਆ, ਦੂਜੇ 5ਵੇਂ ਦਿਨ 20 ਕਰੋੜ ਲੱਭਿਆ ਕੈਸ਼, ਤੇ ਲੋਕ ਇਹ ਮਖੌਲ ਕਰਨ ਲੱਗ ਪਏ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਬੜੀ ਕੋਸ਼ਿਸ਼ ਕੀਤੀ ਸੀ ਜਦੋਂ 2000 ਦਾ ਨੋਟ ਲਿਆਂਦਾ ਸੀ, ਤੇ ਨਾਲ ਇਹ ਕਿਹਾ ਸੀ ਕਿ ਇਹਦੇ 'ਚ ਤਾਂ ਚਿੱਪ ਪਾ ਦਿੱਤੀ ਹੈ, ਤੇ ਉਹ ਜਿਹੜੀ ਚਿੱਪ ਹੈ ਨਾ ਜੀ, ਉਹ ਸਭ ਕੁਝ ਦੱਸ ਦਿਆ ਕਰੂਗੀ ਕਿੱਥੇ ਬਲੈਕ ਮਨੀ ਕਿੱਥੇ ਨਹੀਂ। ਵੀ ਆਹ ਪਤਾ ਹੀ ਨਹੀਂ ਲੱਗਾ, ਉਹ ਚਿੱਪ ਨੇ ਕੰਮ ਹੀ ਨਹੀਂ ਕੀਤਾ। ਇੰਨੇ ਕਰੋੜਾਂ ਰੁਪਏ ਹੁਣ ਲੱਭ ਰਹੇ ਆ ਰੂਟੀਨ ਦੇ ਵਿੱਚ। ਸੋ ਅਲਟੀਮੇਟਲੀ ਪੱਛਮੀ ਬੰਗਾਲ ਵਰਗੇ ਸੂਬੇ ਦੇ ਵਿੱਚ ਵੀ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਦਾ ਸਾਹਮਣੇ ਆਉਣਾ, ਤੇ ਪੰਜਾਬ ਦੇ ਵਿੱਚ ਤਾਂ ਅਕਸਰ ਹੀ ਇੱਦਾਂ ਦੀਆਂ ਗੱਲਾਂ ਵਾਪਰਦੀਆਂ ਰਹੀਆਂ, ਤੇ ਇੱਦਾਂ ਦੇ ਲੋਕ ਜਿਹੜੇ ਆ ਉਹ ਆਉਂਦੇ। ਮੈਨੂੰ ਲੱਗਦਾ ਕੋਈ ਖਾਦ ਆ ਰਹੀ ਹੈ ਜੀ। ਹਾਂ, ਕਾਲ ਆ ਰਹੀ ਹੈ ਜੀ, ਮੈਨੂੰ ਲੱਗਦਾ ਨਹੀਂ ਕੋਈ ਆਇਡੈਂਟੀਫਾਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਮੇਰੇ ਖਿਆਲ 'ਚ ਜੀ ਕਾਲ ਕੋਈ ਇਸ ਤਰ੍ਹਾਂ ਹੀ ਆ ਰਹੀ ਸੀ। ਅੱਛਾ, ਦਸਾਂਝ ਸਾਹਿਬ, ਮੈਂ ਅਗਲਾ ਸਵਾਲ ਇਹੀ ਕਰਨਾ ਸੀ, ਤੁਸੀਂ ਖੁਦ ਹੀ ਜ਼ਿਕਰ ਛੇੜਤਾ ਵੈਸਟ ਬੰਗਾਲ ਦਾ। ਵੈਸਟ ਬੰਗਾਲ ਦੇ ਵਿੱਚ ਵੀ ਸਿਆਸੀ ਤੌਰ 'ਤੇ ਕਾਫੀ ਉਥਲ ਪੁਥਲ ਹੋ ਰਹੀ ਆ, ਔਰ ਮਮਤਾ ਬੈਨਰਜੀ ਨੂੰ ਜਿੱਦਾਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਕਿ ਉਹਨੇ ਕਾਂਗਰਸ ਨੂੰ ਦਰਕਨਾਰ ਕਰਤਾ, ਕਾਮਰੇਡਾਂ ਨੂੰ ਹਰਾਤਾ। ਅਸਲ ਦੇ ਵਿੱਚ ਤਾਂ ਕੋਈ ਲੀਡਰ ਨਰੋਲ ਸੱਚਾ ਸੁੱਚਾ ਹੋਵੇ ਤੇ ਫਿਰ ਹੀ ਉਹ ਇਸ ਪੱਧਰ 'ਤੇ ਜਿਹੜੇ ਤਬਦੀਲੀ ਲਿਆਉਣ ਦੇ ਸਮਰੱਥ ਹੁੰਦਾ। ਵੇਖਣ ਨੂੰ ਤੇ ਲੱਗਦਾ ਕਿ ਉਹ ਵੀ ਇੱਕ ਸਾਦਾ ਜੀ ਸਾੜੀ ਤੇ ਚੱਪਲ ਪਾ ਕੇ ਘੁੰਮਣ ਵਾਲੀ ਇੱਕ ਲੀਡਰ ਹੈ, ਲੋਕਾਂ 'ਚ ਰਹਿੰਦੀ ਆ, ਪੁਰਾਣੇ ਘਰ 'ਚ ਰਹਿੰਦੀ ਆ, ਕੋਈ ਸ਼ਾਨੋ ਸ਼ੌਕਤ ਨਹੀਂ। ਪਰ ਉਹਦੀ ਛਤਰ ਛਾਇਆ ਥੱਲੇ ਐਡੇ ਵੱਡੇ ਮਗਰਮੱਛ ਵੀ ਹੈਗੇ ਆ। ਤੁਸੀਂ ਜਿਹੜੀਆਂ ਖਬਰਾਂ ਦੀ ਗੱਲ ਕਰ ਰਹੇ ਹੋ ਕਿ ਅਰਪਤਾ ਮੁਖਰਜੀ ਦੇ ਅਪਾਰਟਮੈਂਟ 'ਚੋਂ 28 ਕਰੋੜ ਰੁਪਈਆ, 27 ਕਰੋੜ ਤੇ 90 ਲੱਖ ਤੇ 6 ਕਿਲੋ ਸੋਨਾ। ਮੈਂ ਕੱਲ੍ਹ ਪਰਸੋਂ ਜ਼ਿਕਰ ਕਰਨ ਰਿਹਾ ਸੀਗਾ, ਇੱਕ IAS ਅਫਸਰ ਦੀ ਖਬਰ ਆਪਾਂ ਸਾਂਝੀ ਕੀਤੀ ਸੀ ਚੰਡੀਗੜ੍ਹ ਦੇ ਦੀ, ਜਿਹਨੇ ਜਾ ਕੇ ਥਾਣੇ ਰਿਪੋਰਟ ਲਿਖਾਈ ਕਿ ਮੈਂ ਤੇ ਬੰਗਲੌਰ ਗਿਆ ਸੀ, ਮੇਰੇ ਮਗਰੋਂ ਘਰੋਂ ਸੋਨਾ ਚਾਂਦੀ ਸਾਰਾ ਗਾਇਬ ਆ, ਹੀਰੇ ਜਵਾਹਰਾਤ, ਪੁਖਰਾਜ, ਡਾਇਮੰਡ, ਪਤਾ ਨਹੀਂ ਕਿੱਡੀ ਕੁ ਲੰਬੀ ਲਿਸਟ। ਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਵੀ ਇਹ ਆਉਂਦੀ ਕਿੱਥੋਂ ਆ ਭਾਈ ਇੱਕ IAS ਅਫਸਰ ਕੋਲ। ਤੇ ਇਹੋ ਹਾਲ ਇਹਨਾਂ ਲੋਕਾਂ ਦਾ। ਤੇ ਦੂਜੇ ਪਾਸੇ ਮੈਨੂੰ ਲੱਗਦਾ ਹੈ ਕਿ ਮਮਤਾ ਬੈਨਰਜੀ ਦੀ ਪਾਰਟੀ ਵਿੱਚ ਵੀ ਸਭ ਅੱਛਾ ਨਹੀਂ ਆ। ਉਹਨਾਂ ਦੇ ਕੋਈ ਅਜੇ ਘੋਸ਼ ਨੇ, ਜਨਰਲ ਸੈਕਟਰੀ, ਉਹ ਬੁਲਾਰੇ ਵੀ ਨੇ ਪਾਰਟੀ ਦੇ। ਉਹਨਾਂ ਨੇ ਕਿਹਾ ਕਿ ਜਿਹੜਾ ਵਿਅਕਤੀ ਆ ਪਾਰਥ ਚੈਟਰਜੀ, ਜਿਹਨੂੰ ਫੜਿਆ ਹੋਇਆ ਮੰਤਰੀ ਸੀ, ਇਹਨੂੰ ਮੰਤਰੀ ਪਦ ਹੀ ਨਹੀਂ, ਇਹਨੂੰ ਪਾਰਟੀ 'ਚੋਂ ਕੱਢੋ ਇਮੀਡੀਏਟਲੀ। ਤੇ ਜੇਕਰ ਮੇਰਾ ਬਿਆਨ ਤੁਹਾਨੂੰ ਭੈੜਾ ਲੱਗਦਾ ਤਾਂ ਮੈਨੂੰ ਵੀ ਕੱਢ ਦਿਓ, ਤੁਹਾਨੂੰ ਆਖਿਆ ਕਿ ਮੇਰੇ 'ਤੇ ਵੀ ਐਕਸ਼ਨ ਲੈ ਲਓ। ਤੇ ਉਸ ਤੋਂ ਬਾਅਦ ਮਮਤਾ ਬੈਨਰਜੀ ਆਉਂਦੇ ਆ ਸਾਹਮਣੇ, ਤੇ ਉਹ ਫਿਰ ਉਹਨੂੰ ਪਾਰਟੀ 'ਚੋਂ ਬਾਹਰ ਕੱਢਦੇ ਆ, ਉਹਦੇ ਕੋਲ ਸਾਰੇ ਅਹੁਦੇ ਵਾਪਸ ਲੈਂਦੇ ਆ। ਸੋ ਹਾਲਾਤ ਇਹ ਕਿ ਕੀ ਫਿਰ ਇਹਨਾਂ ਲੀਡਰਾਂ ਦੀ ਰਲੀ ਮਰਜ਼ੀ ਨਾਲ ਸਾਰਾ ਕੁਝ ਚੱਲ ਰਿਹਾ, ਜਿਹੜੇ ਇੰਨੇ ਲੀਨੀਅੰਟ ਰਹਿੰਦੇ ਆ। ਇਹਨਾਂ ਕੋਲ ਸਾਹਮਣੇ ਆਉਣ ਦੇ ਬਾਅਦ ਵੀ ਉਹਨਾਂ 'ਤੇ ਜਿੰਨਾ ਚਿਰ ਪ੍ਰੈਸ਼ਰ ਨਹੀਂ ਬਣਦਾ ਉਹਨਾਂ ਚਿਰ ਕੋਈ ਐਕਸ਼ਨ ਨਹੀਂ ਲੈਂਦੇ। ਹਾਂ, ਪ੍ਰੈਸ਼ਰ ਬਣਨ ਤੋਂ ਬਾਅਦ ਹੀ ਐਕਸ਼ਨ ਲਿਆ ਗਿਆ, ਤੇ ਉਹ ਮਤਲਬ ਦੂਜੇ ਨੰਬਰ ਦਾ ਮੰਤਰੀ ਜਿਹੜੀ ਸਰਕਾਰ 'ਚ ਮੰਨਿਆ ਜਾਂਦਾ ਰਿਹਾ ਪਾਰਥ ਚੈਟਰਜੀ। ਮਤਲਬ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਤੋਂ ਬਾਅਦ ਸੈਕੰਡ, ਜੇ ਕੋਈ ਕਹਿ ਲਓ ਉਹਨੂੰ ਫਿਰ ਸੱਜਾ ਹੱਥ ਹੀ ਕਿਹਾ ਜਾਂਦਾ ਹੁੰਦਾ ਆਮ ਭਾਸ਼ਾ ਦੇ ਵਿੱਚ, ਵੀ ਬੀਬੀ ਮਮਤਾ ਬੈਨਰਜੀ ਦਾ ਸੱਜਾ ਹੱਥ ਰਿਹਾ। ਤੇ ਸੱਜੇ ਹੱਥ ਨੂੰ ਪਤਾ ਹੀ ਨਾ ਹੋਵੇ ਕਿ ਖੱਬਾ ਹੱਥ ਕਰਨ ਕੀ ਡਿਆ, ਮਤਲਬ ਖੱਬੇ ਹੱਥ ਨੂੰ ਪਤਾ ਹੀ ਨਾ ਹੋਵੇ ਕਿ ਸੱਜਾ ਹੱਥ ਕਰਨ ਕੀ ਡਿਆ। ਮਤਲਬ ਕਰੋੜਾਂ ਰੁਪਏ ਜਿਹੜੇ ਆ
ਕੈਸ਼ ਘਰ ਦੇ ਵਿੱਚੋਂ ਲੱਭਦੇ ਹੋਣ। ਉਹ ਅਰਪਤਾ ਜਿਹੜੀ ਆ ਉਹਨੇ ਵੀ ਇਹ ਗੱਲ ਕਹੀ, ਕਹਿੰਦੀ ਪੈਸੇ ਤਾਂ ਮੇਰੇ ਘਰ 'ਚ ਰੱਖਦਾ ਰਿਹਾ ਉਹ, ਪਰ ਮੈਨੂੰ ਪਤਾ ਨਹੀਂ ਸੀ ਇੰਨੇ ਪੈਸੇ ਹੁੰਦੇ ਆ, ਯਾਨੀ ਗਿਣਨ ਦਾ ਵੀ ਵੇਲ ਨਹੀਂ ਸੀ ਨਾ ਕੋਲ, ਮਤਲਬ ਕੈਸ਼ ਗਿਣਨ ਦਾ ਵੀ ਵੇਲ ਨਹੀਂ ਸੀ। ਕਿੱਡੇ ਵੱਡੇ ਪੱਧਰ ਤੇ ਕਰਪਸ਼ਨ ਜਿਹੜੀ ਹੋਈ ਹੋਊਗੀ, ਵੱਖ-ਵੱਖ ਮਹਿਕਮਿਆਂ ਦੇ ਵਿੱਚ ਨਿਯੁਕਤੀਆਂ ਦਾ ਮਾਮਲਾ ਹੋਊਗਾ, ਠੇਕੇਦਾਰੀਆਂ ਦਾ ਮਾਮਲਾ ਹੋਊ, ਟੈਂਡਰ ਦਿੱਤੇ ਗਏ ਹੋਣਗੇ, ਮਤਲਬ ਕਰੋੜਾਂ ਦਾ ਕਮਿਸ਼ਨ ਤਾਂ ਕੈਸ਼ ਦੇ ਰੂਪ ਦੇ ਵਿੱਚ ਹੀ ਹੈ, ਤੇ ਜਿਹੜਾ ਰੂਟੀਨ ਦੇ ਵਿੱਚ ਹੋਰ ਜਾਇਦਾਦਾਂ ਦੇ ਰੂਪ ਦੇ ਵਿੱਚ ਹੋਏਗਾ ਉਹ ਹਾਲੇ ਨਿਕਲੂਗਾ ਵੀ ਕਿੱਥੇ ਕਿੱਥੇ ਕਿਹੜੀ ਜਿਹੜੀ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਉਹਦੇ 'ਚ ਇਨਵੋਲਵਮੈਂਟ ਵੀ ਰਹੀ ਹੋਏਗੀ। ਜਿੱਦਾਂ ਸਾਡੇ ਇੱਥੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਵੀ ਆਮ ਤੌਰ ਤੇ ਏਦਾਂ ਦੀ ਗੱਲ ਚੱਲਦੀ ਰਹੀ ਹੈ ਕਿ ਕੁੱਤੇ ਬਿੱਲੀਆਂ ਦੇ ਨਾਂ ਦੇ ਉੱਤੇ ਜਾਇਦਾਦਾਂ ਬਣਦੀਆਂ ਰਹੀਆਂ। ਜਦੋਂ 3500 ਕਰੋੜ ਰੁਪਏ ਦੀ ਜਿਹੜੀ ਆਮਦਨ ਦੇ ਸਰੋਤਾਂ ਤੋਂ ਵਧੇਰੇ ਜਾਇਦਾਦ ਦਾ ਮਾਮਲਾ ਬਾਦਲ ਪਰਿਵਾਰ ਤੇ ਬਣਿਆ ਸੀ, ਉਦੋਂ ਬੜੀਆਂ ਏਦਾਂ ਦੀਆਂ ਗੱਲਾਂ ਆਈਆਂ ਕਿ ਮਤਲਬ ਰਿਸ਼ਤੇਦਾਰੀ ਦੇ ਵਿੱਚ ਵੀ ਤੇ ਕੁਝ ਜਿਹੜੇ ਨੌਕਰਾਂ ਚਾਕਰਾਂ ਦੇ ਨਾਂ ਦੇ ਉੱਤੇ ਹੀ ਬਹੁਤ ਕੁਝ ਜਿਹੜਾ ਏਦਾਂ ਦਾ ਬਣਾ ਦਿੱਤਾ ਗਿਆ, ਤੇ ਜਿਹੜਾ ਇਹ ਮਤਲਬ ਨਜਾਇਜ਼ ਤਰੀਕੇ ਨਾਲ ਬਣਾਇਆ ਗਿਆ ਸੀ। ਰਾਣਾ ਜਿਹੜਾ ਗੁਰਜੀਤ ਹੈ, ਇਹ ਜਿਹੜਾ ਆਪਣਾ ਕੁਰਸੇ ਵਾਲਾ, ਉਹਦੇ ਉੱਤੇ ਵੀ ਇਹ ਦੋਸ਼ ਲੱਗਦੇ ਰਹੇ ਵੀ ਜਦੋਂ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਕਿ ਉਹਨੇ ਆਪਣੇ ਨੌਕਰਾਂ ਦੇ ਨਾਂ ਤੇ ਰੇਤ ਦੀਆਂ ਖੱਡਾਂ ਜਿਹੜੀਆਂ ਉਹ ਲੈ ਲਈਆਂ ਸੀਗੀਆਂ। ਸੋ ਬੜਾ ਕੁਝ ਹੈ ਜਿੱਥੇ ਸਾਰਾ ਕੁਝ ਦੇਸ਼ ਭਰ ਦੇ ਵਿੱਚ ਵਾਪਰ ਰਿਹਾ ਹੈ, ਤੇ ਸਿਆਸਤ ਜਿਹੜੀ ਹੈ ਉਹਦੇ 'ਚ ਪੂਰੀ ਤਰ੍ਹਾਂ ਇਨਵੋਲਵਮੈਂਟ ਜਿਹੜੀ ਹੈ ਪੈਸੇ ਦੀ ਹੋ ਗਈ ਹੈ। ਪੈਸਾ ਹੀ ਦੇਖਿਆ ਜਾ ਰਿਹਾ ਕਿ ਕਿਹੜਾ ਬੰਦਾ ਪੈਸੇ ਦਾ ਪ੍ਰਬੰਧ ਕਰੇਗਾ, ਤੇ ਫਿਰ ਜਿਹੜੇ ਇਹ ਕੈਸ਼ ਕੂਸ਼ ਹੁੰਦੇ ਇਹ ਸਾਰੀ ਬਲੈਕ ਮਨੀ ਹੁੰਦੀ ਹੈ, ਇਹਨੂੰ ਫਿਰ ਇਨਡਾਇਰੈਕਟਲੀ ਜਿਹੜਾ ਆ ਫਿਰ ਚੋਣਾਂ ਜਿੱਤਣ ਲਈ ਵਰਤਿਆ ਜਾਂਦਾ ਹੈ। ਆਪ ਕੋਈ ਸਿੱਧੇ ਤੌਰ ਦੇ ਉੱਤੇ ਰਿਸ਼ਵਤ ਲਵੇ ਨਾ ਲਵੇ, ਉਹਦੇ ਪੈਸਾ ਜਦੋਂ ਵਰਤਦਾ ਹੈ ਇਲੈਕਸ਼ਨ ਦੇ ਵਿੱਚ ਚੋਣਾਂ ਜਿੱਤਣ ਵਾਸਤੇ, ਤਾਂ ਉਹਨੂੰ ਪਤਾ ਤਾਂ ਹੁੰਦਾ ਨਾ ਨਜਾਇਜ਼ ਆ, ਕਾਲਾ ਧਨ ਆ, ਤੇ ਮੇਰੇ ਕਹੇ ਤੇ ਮੇਰੇ ਨਾਲ ਦੇ ਮੰਤਰੀ ਨੇ ਇਕੱਠਾ ਕੀਤਾ, ਤੇ ਮਮਤਾ ਬੈਨਰਜੀ ਨੂੰ ਕਿਹੜਾ ਨਹੀਂ ਪਤਾ ਸੀ। ਉਹਨਾਂ ਨੇ ਗਾਂ ਵਰਤਣਾ ਸੀ ਪਾਰਟੀ ਵਾਸਤੇ, ਭਾਵੇਂ ਆਪ ਸਿੱਧੇ ਨਾ ਵੀ ਵਰਤਦੇ ਹੋਣ, ਪਰ ਪਾਰਟੀ ਲਈ ਇੱਕ ਕਿਸਮ ਦੀ ਇਹ ਕਾਲੀ ਕਮਾਈ। ਦੂਜੇ ਬੰਦੇ ਜਿਹੜੀ ਕਮਿਸ਼ਨ ਜਿਹੜੇ ਆ ਜਾਂ ਕਾਰਪੋਰੇਟ ਤੋਂ ਫੰਡਿੰਗ ਲੈਣੀ ਉਹ ਵੱਖਰੀ। ਸੋ ਇਹ ਸਾਰਾ ਕੁਝ ਭਾਰਤੀ ਸਿਆਸਤ ਦਾ ਵੱਡੇ ਪੱਧਰ ਦੇ ਉੱਤੇ ਇੱਕ ਕਾਲਾ ਸੱਚ ਜਿਹੜਾ ਆ ਉਹਦਾ ਪ੍ਰਗਟਾਵਾ ਕਰ ਰਿਹਾ ਹੈ ਜੀ। ਦਸਾਂਝ ਸਾਹਿਬ, ਤੁਸੀਂ ਕਿਹਾ ਜੇ ਬੜਾ ਕੁਝ ਨਿਕਲੂਗਾ, ਪ੍ਰਾਪਰਟੀਆਂ ਨਿਕਲਣਗੀਆਂ, ਆਪਾਂ ਲੋਕੀ ਤੇ ਬਸ ਖਬਰ ਹੀ ਡੀਕਦੇ ਆ। ਖਬਰ ਕਿਉਂਕਿ ਜਿੱਦਣ ਆਏਗੀ ਆਪਾਂ ਇੱਥੇ ਪ੍ਰਸਾਰਿਤ ਕਰਾਂਗੇ, ਖਬਰ ਦੇ ਉੱਤੇ ਗੱਲਬਾਤ ਕਰ ਲਾਂਗੇ, ਗੱਲ ਆਈ ਗਈ ਹੋ ਜੂਗੀ। ਜਿਹੜੇ ਤੁਸੀਂ ਕਹਿ ਰਹੇ ਹੋ ਕਿ ਉਹ ਜਾਨਵਰਾਂ ਦੇ ਨਾਂ ਤੇ ਸਬਜ਼ੀਆਂ ਦੇ ਨਾਂ ਤੇ, ਝੋਟਾ ਸਿੰਘ ਬੈਂਗਣ ਸਿੰਘ ਦੇ ਨਾਂ ਤੇ ਜਾਇਦਾਦਾਂ ਬਣਾਈਆਂ ਲੋਕਾਂ ਨੇ, ਉਹਨਾਂ ਦਾ ਵੀ ਕੀ ਹੋ ਗਿਆ? ਖਬਰ ਹੀ ਰਹੀ ਨਾ ਜੀ, ਖਬਰ ਬਣ ਗਈ। ਗੁਰਜੀਤ ਰਾਣੇ ਦੀ ਖਬਰ ਵੀ ਇਹੋ ਬਣੀ ਕਿ ਨੌਕਰ ਦੇ ਨਾਂ ਤੇ ਖੱਡਾਂ ਨਹੀਂ। ਕੀ ਹੋਇਆ? ਉਹਨੂੰ ਕੀ ਸਜ਼ਾ ਮਿਲੀ? ਸਾਡਾ ਜਿਹੜਾ ਮੁਲਕ ਦਾ ਲਾਭ ਆ ਉਹਦੇ ਮੁਤਾਬਕ ਜਦੋਂ ਨੰਗੇ ਚਿੱਟੇ ਰੂਪ 'ਚ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਉਸ ਤੋਂ ਬਾਅਦ ਵੀ ਫਿਰ ਸਾਰਾ ਕੁਝ ਚੁੱਪ ਹੋ ਜਾਂਦਾ। ਇੱਥੋਂ ਤੱਕ ਸਾਡਾ ਮੀਡੀਆ ਵੀ ਚੁੱਪ ਹੋ ਜਾਂਦਾ, ਉਹਦੀ ਪੈਰਵੀ ਨਹੀਂ ਕਰਦਾ ਵੀ ਕੀ ਉਹ ਖਬਰ ਦਾ ਕੀ ਬਣਿਆ। ਬਹੁਤ ਸਾਰੀਆਂ ਖਬਰਾਂ ਇੱਦਾਂ ਦੀਆਂ ਆਉਂਦੀਆਂ ਨੇ, ਉਛਾਲੀਆਂ ਜਾਂਦੀਆਂ ਨੇ, 2 ਦਿਨ ਤੇ ਚੀਕਾਂ ਮਾਰੀਆਂ ਜਾਂਦੀਆਂ ਨੇ, ਇਹ ਹੋ ਗਿਆ ਉਹ ਹੋ ਗਿਆ, ਪਹਿਲੀ ਵਾਰ ਅਸੀਂ ਖਬਰ ਲਿਆਏ ਹਾਂ, ਇਹ ਤੋਂ ਪਹਿਲਾਂ ਕੋਈ ਲਿਆਇਆ ਹੀ ਨਹੀਂ, ਤੇ ਮੁੜ ਕੇ ਉਹੀ ਪੱਤਰਕਾਰ ਪਤਾ ਨਹੀਂ ਕਿੱਥੇ ਗਵਾਚ ਜਾਂਦੇ, ਨਵੀਂ ਖਬਰ ਲੱਭਣ ਭੱਜ ਪੈਂਦੇ ਆ। ਤੇ ਇਹ ਜਿਹੜਾ ਸਿਸਟਮ ਹੀ ਇੰਨਾ ਗੰਦਲਾ ਹੋ ਗਿਆ, ਇਹ ਸਾਰਾ ਕੁਝ ਸਾਡੇ ਸਾਹਮਣੇ ਦੇਖ ਰਿਹਾ। ਉਹਨਾਂ ਨੂੰ ਹੁੰਦਾ ਤੇ ਕੁਝ ਵੀ ਨਹੀਂ ਆ। 2-4 ਦਿਨ ਸਾਧੂ ਸਿੰਘ ਧਰਮਸੋਤ ਜੇਲ੍ਹ ਯਾਤਰਾ ਜ਼ਰੂਰ ਕਰ ਆਉਣਗੇ, 1-2 ਮਿਸਾਲਾਂ ਹੈਗੀਆਂ ਨੇ ਚੌਟਾਲੇ ਦੀਆਂ ਜਾਂ ਉਹ ਲਾਲੂ ਪ੍ਰਸ਼ਾਦ ਯਾਦਵ ਦੀਆਂ, ਪਰ ਬਹੁਤਾ ਕੁਝ ਹੁੰਦਾ ਨਹੀਂ, ਬਹੁਤਿਆਂ ਨੂੰ ਹੱਥ ਪੈਂਦਾ ਨਹੀਂ। ਖਬਰ ਹੀ ਬਣਦੀ ਆ ਤੇ ਆਪਾਂ ਖਬਰ ਸੁਣਾ ਕੇ ਆਪਣੀ ਡਿਊਟੀ ਪੂਰੀ ਹੁੰਦੀ, ਨਿਭਾ ਕੇ ਅਸੀਂ ਸਮਝਦੇ ਹਾਂ ਕਿ ਅਸੀਂ ਬੜਾ ਵੱਡਾ ਕੰਮ ਕਰਤਾ। ਕਰਨ ਜੋਗੇ ਅਸੀਂ ਲੋਕ ਵੀ ਕੁਝ ਨਹੀਂ ਹੁੰਦੇ ਸਿਵਾਏ ਖਬਰ ਪੜ੍ਹਨ ਤੋਂ। ਨਹੀਂ, ਠੀਕ ਹੈ ਗੱਲ ਤੁਹਾਡੀ। ਫਾਲੋਅਪ ਜਿਹੜਾ ਆ ਉਹ ਬਹੁਤ ਘੱਟ ਦਿਖਾਈ ਦੇ ਰਿਹਾ, ਨਵੀਂ ਖਬਰ ਵੱਲ ਦੌੜ ਰਹਿੰਦੀ ਆ। ਖਬਰ ਵੀ ਨਹੀਂ ਹੁੰਦੀ, ਬਸ ਨਵੀਂ ਸਨਸਨੀ ਜਿਹੜੀ ਹੈ ਉਹਦੇ ਵੱਲ ਬਹੁਤਾ ਜ਼ਿਆਦਾ ਜ਼ੋਰ ਰਹਿੰਦਾ। ਇਹ ਮਾਲਕਾਂ ਦਾ ਕੰਮ ਹੈ ਅਸਲ ਦੇ ਵਿੱਚ। ਜਦੋਂ ਮੀਡੀਆ ਦੇ ਉੱਤੇ ਜਿਹੜੇ ਪੱਤਰਕਾਰ ਜਿਹੜੇ ਆ ਉਹਨਾਂ ਦਾ ਕੰਟਰੋਲ ਹਟ ਜਾਵੇ, ਤੇ ਮਾਲਕ ਜਿਹੜੇ ਆ ਉਹ, ਜਿੱਦਾਂ ਮੈਂ ਇੱਕ ਲਫ਼ਜ਼ ਅਕਸਰ ਵਰਤਿਆ ਮੀਡੀਆ ਦੇ ਬਾਰੇ ਵੀ, ਜਦੋਂ ਮਾਲਕ ਸੰਪਾਦਕ ਹੋ ਜਾਂਦੇ ਆ, ਉਹ ਪੱਤਰਕਾਰ ਨਹੀਂ ਹੁੰਦੇ ਪਰ ਉਹ ਐਡੀਟਰ ਹੋ ਜਾਂਦੇ ਆ ਮਾਲਕ, ਤੇ ਫਿਰ ਮਾਲਕ ਨੇ ਆਪਣੀ ਮਰਜ਼ੀ ਮੁਤਾਬਕ ਕੰਮ ਕਰਵਾਉਣੇ ਹੁੰਦੇ। ਮਾਲਕਾਂ ਨੂੰ ਪਤਾ ਹੁੰਦਾ ਜਿਹਦੇ ਪੈਸਾ ਧਨ ਜਿਹੜਾ ਲਾਇਆ ਹੋਇਆ, ਤੇ ਉਹ ਧਨ ਨੂੰ ਦੁੱਗਣਾ ਚੌਗਣਾ ਕਿਵੇਂ ਕਰਨਾ ਹੈ। ਤੇ ਉਹ ਫਿਰ ਭਾਰਤ ਦਾ ਜਿਹੜਾ ਮੁੱਖ ਧਾਰਾ ਦਾ ਮੀਡੀਆ ਜਿਹੜਾ ਸੋਕਾਰਡ ਹੈ, ਉਹਦੇ 'ਚ ਤਾਂ ਇਹੀ ਕੁਝ ਚੱਲ ਰਿਹਾ ਵੀ ਜੇ ਮਾਲਕਾਂ ਦੀ ਮਰਜ਼ੀ ਦੇ ਮੁਤਾਬਕ ਸਾਰਾ ਕੁਝ ਹੋਏਗਾ। ਮਾਲਕ ਦੀ ਮਰਜ਼ੀ ਨਹੀਂ ਚੱਲੇਗੀ ਤਾਂ ਫਿਰ ਉਹ ਜਿਹੜਾ ਪੱਤਰਕਾਰ ਮਰਜ਼ੀ ਮਾਲਕ ਦੀ ਨਹੀਂ ਪੁਗਾਏਗਾ, ਉਹ ਪੱਤਰਕਾਰ ਫਿਰ ਉਸ ਅਦਾਰੇ 'ਚ ਨਹੀਂ ਰਹੇਗਾ। ਵੱਡੇ ਪੱਧਰ ਦੇ ਉੱਤੇ ਅਸੀਂ ਉਹ ਪ੍ਰਸੂਨ ਵਾਜਪਾਈ ਦਾ ਕੇਸ ਦੇਖ ਸਕਦੇ ਹਾਂ, ਜਦੋਂ ਉਹਨੇ ਜਿਹੜਾ ਇੱਕ ਇਨਕਾਊਂਟਰ ਸ਼ਾਇਦ ਉਹਦੇ ਪ੍ਰੋਗਰਾਮ ਦਾ ਨਾਂ ਸੀ, 3 ਜਾਣੇ ਜਦੋਂ ਇੱਕ ਜਾਣੇ ਨੂੰ ਕਰਦੇ ਆ ਮੁਲਾਕਾਤ ਕਰਦੇ ਆ, ਤੇ ਉਹਦੇ ਤੇ
ਸਵਾਲ ਜਵਾਬ ਤਿੱਖੇ ਕਰਦੇ ਆ। ਤੇ ਜਦੋਂ ਉਹਨੇ ਰਾਮਦੇਵ ਨਾਲ ਸਵਾਲ ਜਵਾਬ ਕੀਤੇ ਸੀ, ਜਿਸ ਤੋਂ ਰਾਮਦੇਵ ਬਹੁਤ ਔਖਾ ਹੋ ਗਿਆ, ਤੇ ਉਸ ਤੋਂ ਬਾਅਦ ਉਹ ਚੈਨਲ 'ਚ ਰਹਿ ਨਹੀਂ ਸਕਿਆ ਪ੍ਰਸੰਨ ਵਾਜਪਾਈ, ਉਹਨੂੰ ਉੱਥੋਂ ਕੱਢ ਦਿੱਤਾ ਗਿਆ। ਤੇ ਇਹ ਇੱਕ ਵੱਡੇ ਅਦਾਰੇ ਦੀ ਕਹਾਣੀ ਹੈ। ਤੇ ਏਦਾਂ ਹੀ ਹੇਠਾਂ ਤੱਕ ਮਾਲਕਾਂ ਦੀ ਮਰਜ਼ੀ ਦੇ ਮੁਤਾਬਕ ਪੱਤਰਕਾਰਾਂ ਨੂੰ ਕੰਮ ਕਰਨਾ ਪੈਂਦਾ ਹੈ। ਜੇ ਉਹ ਨਹੀਂ ਕਰਦੇ ਤਾਂ ਉਹਨਾਂ ਦੀ ਜਿਹੜੀ ਰੋਜ਼ੀ ਰੋਟੀ ਆ ਉਹ ਨਹੀਂ ਚੱਲਦੀ। ਸੋ ਧੰਦਾ ਬਣ ਚੁੱਕੀ ਹੈ ਪੱਤਰਕਾਰਤਾ। ਤਾਂ ਹੁਣ ਪੱਤਰਕਾਰਤਾ ਦੇ ਵਿੱਚ ਆਉਣ ਵਾਲੇ ਲੋਕ ਕਿਸੇ ਖਾਸ ਆਦਰਸ਼ ਨੂੰ ਨਾਲ ਲੈ ਕੇ ਆਉਂਦੇ ਸੀ, ਉਹ ਆਦਰਸ਼ ਖਤਮ ਹੋ ਚੁੱਕੇ ਨੇ। ਹੁਣ ਆਦਰਸ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਸਿਰਫ ਤੇ ਸਿਰਫ ਇੱਕ ਬਾਕੀ ਕਾਰੋਬਾਰ ਦੇ ਵਾਂਗ ਹੀ, ਜਿਹੜਾ ਮੈਂ ਲਫ਼ਜ਼ ਵਰਤਿਆ ਕਿ ਧੰਦੇ ਦੇ ਤੌਰ ਤੇ ਪੱਤਰਕਾਰਤਾ ਨੂੰ ਦੇਖਿਆ ਜਾ ਰਿਹਾ ਹੈ ਜਾਂ ਕੀਤਾ ਜਾ ਰਿਹਾ ਹੈ। ਤੇ ਇਹ ਆਪਣੇ ਆਪ ਦੇ ਵਿੱਚ ਸਾਡਾ ਇੱਕ ਬਹੁਤ ਦੁਖਦਾਈ ਪਹਿਲੂ ਆ। ਸਾਡਾ ਚੌਥਾ ਸਤੰਭ ਜਿਹਨੂੰ ਅਸੀਂ ਕਹਿੰਦੇ ਆ, ਉਹ ਲਗਭਗ ਜਿਹੜਾ ਆ ਉਹ ਇੰਨਾ ਕਮਜ਼ੋਰ ਹੋ ਗਿਆ ਕਿ ਉਹ ਡਿੱਗ ਹੀ ਸਕਦਾ ਹੈ। ਤੇ ਫਿਰ ਇਮਾਰਤ ਕਿੱਦਾਂ ਖੜੀ ਰਹੇਗੀ 3 ਥੰਮਲਿਆਂ ਦੇ ਉੱਤੇ, ਇਹ ਵੀ ਸੋਚਣ ਦਾ ਵਿਸ਼ਾ ਹੈ ਜੀ। ਦਸਾਂਝ ਸਾਹਿਬ, ਤੁਸੀਂ ਕੀ ਪ੍ਰਸੰਨ ਵਾਜਪਾਈ ਦਾ ਜ਼ਿਕਰ ਕੀਤਾ, ਆਪਾਂ ਸਿੱਧੇ ਤੌਰ ਤੇ ਵੀ ਗੱਲ ਕਰੀਏ ਤੇ ਅੱਜ ਤੱਕ ਚੈਨਲ ਦੇ ਵਿੱਚ ਉਹ ਪ੍ਰੋਗਰਾਮ 10 ਤੱਕ ਹੁੰਦਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਜਿਹੜੇ ਉਹ ਆਪਣੇ ਪਤੰਜਲੀ ਵਾਲੇ ਬਾਬਾ ਜੀ ਨੂੰ ਨੰਗਿਆ ਕੀਤਾ ਸੀਗਾ। ਉਸ ਤੋਂ ਬਾਅਦ ਉਹਨਾਂ ਦੀ ਜੌਬ ਗਈ, ਉਸ ਤੋਂ ਬਾਅਦ ਉਹਨਾਂ ਨੂੰ ABP ਨੇ ਲਿਆ। ਉੱਥੇ ਉਹਨਾਂ ਮਾਸਟਰ ਸਟ੍ਰੋਕ ਨਾਂ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ। ਤੇ ਮਾਸਟਰ ਸਟ੍ਰੋਕ ਦੇ ਵਿੱਚ ਜਦੋਂ ਉਹਨਾਂ ਨੇ ਇਨਕਮ ਦੁੱਗਣੀ ਹੋਣ ਵਾਲਾ ਭਾਂਡਾ ਭੰਨਿਆ ਪ੍ਰਧਾਨ ਮੰਤਰੀ ਦਾ, ਤੇ ਉੱਥੋਂ ਵੀ ਉਹਨਾਂ ਦੀ ਛੁੱਟੀ ਹੋ ਗਈ ਸੀਗੀ। ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਹੁੰਦਾ ਇੱਦਾਂ ਹੀ ਆ। ਚਲੋ ਬੰਗਾਲ ਵਾਲੀ ਖਬਰ ਵੱਲ ਪਰਤਦੇ ਆਪਾਂ। ਇਹ ਜਿਹੜੇ ਪਾਰਥ ਚੈਟਰਜੀ ਦੇ ਬਹੁਤ ਕਲੋਜ਼ ਇੱਕ ਲੇਡੀ ਸੀ, ਜਿਨ੍ਹਾਂ ਕੋਲੋਂ ਪਹਿਲਾਂ ਸਾਰਾ ਕੁਝ ਸਮਾਨ ਫੜਿਆ ਸੀ, ਇਹ ਸੇਮ ਔਰਤ ਆ? ਉਹਦੇ ਘਰੋਂ ਦੁਬਾਰਾ ਇਹ ਚੀਜ਼ਾਂ ਮਿਲੀਆਂ, ਜਾਂ ਇਹ ਜਿਹੜੇ ਹੁਣ ਜਿਨ੍ਹਾਂ ਦੀ ਖਬਰ ਆ ਰਹੀ ਹੈ ਅਰਪਤਾ ਮੁਖਰਜੀ, ਇਹ ਕੋਈ ਹੋਰ ਨੇ? ਨਹੀਂ, ਅਰਪਤਾ ਮੁਖਰਜੀ ਉਹੀ ਹੈ ਜੀ, ਸੇਮ ਔਰਤ ਹੀ ਹੈ। ਇੱਕ ਘਰ ਚੋਂ 2 ਵਾਰੀ ਇੱਕ ਘਰ ਚੋਂ 2 ਵਾਰੀ ਕਰੋੜਾਂ ਰੁਪਏ ਕਿੱਦਾਂ ਮਿਲ ਗਿਆ? ਪਹਿਲੀ ਵਾਰ ਜਦੋਂ ਰੇਡ ਹੋਇਆ, ਹਾਂ, ਇੱਕ ਘਰ ਨਹੀਂ, ਇਹ ਵੱਖਰੀਆਂ ਵੱਖਰੀਆਂ ਥਾਵਾਂ ਤੇ ਉਹਨਾਂ ਦੀ ਟਿਕਾਣੀਆਂ ਰਿਹਾਇਸ਼ਾਂ। ਇੱਕ ਘਰ ਨਹੀਂ, 3-3 4-4 ਘਰ ਹੈ, 3-3 4-4 ਉਹਨਾਂ ਦੀਆਂ ਥਾਵਾਂ ਨੇ ਜਿੱਥੇ ਲਗਾਤਾਰ ਜਿਹੜੀ ਦਬਿਸ਼ ਦਿੱਤੀ ਗਈ ਹੈ ਜਾਂ ਜਿਹੜੀ ਉੱਥੇ ਰੇਡ ਹੋਈ ਹੈ। ਪਹਿਲਾਂ ਇੱਕ ਘਰ ਚੋਂ, ਫਿਰ ਦੂਜੇ ਟਿਕਾਣੇ ਤੋਂ, ਫਿਰ ਤੀਜੇ ਟਿਕਾਣੇ ਤੋਂ, ਹੁਣ ਕੋਈ ਚੌਥਾ ਟਿਕਾਣਾ ਜਿੱਥੇ ਫਿਰ ਛਾਪਾ ਮਾਰਨ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ, ਜਿੱਥੋਂ 27 ਕਰੋੜ ਦੇ ਕਰੀਬ ਜਿਹੜਾ ਫੜਿਆ ਗਿਆ। ਜਾਣੀ ਪਹਿਲਾਂ 20 ਕਰੋੜ, ਫਿਰ 21 ਕਰੋੜ, ਹੁਣ 27 ਕਰੋੜ। ਵੱਖ-ਵੱਖ ਥਾਵਾਂ ਤੋਂ ਔਰਤ ਇੱਕੋ ਹੀ ਹੈ। ਉਹ ਨੇੜਲੇ ਕੋਈ ਰਿਸ਼ਤੇਦਾਰ ਹੈ ਉਹਨਾਂ ਦੇ, ਸਾਨੂੰ ਉਹਦੀ ਡਿਟੇਲ ਤਾਂ ਨਹੀਂ ਹੈ ਵੀ ਕਾਹਦੀ ਰਿਸ਼ਤੇਦਾਰੀ ਹੈ, ਪਰ ਬਹੁਤ ਨੇੜੇ ਆ ਉਹਨਾਂ ਦੇ। ਤੇ ਉਹ ਇਹ ਗੱਲ ਮੰਨੀ ਆ ਉਹਨੇ ਵੀ ਮੇਰੇ ਕੋਲ ਰੱਖਦੇ ਰਹੇ ਆ ਪੈਸੇ, ਪਰ ਮੈਂ ਕਿਹੜੇ ਕਦੀ ਗਿਣੇ ਆ, ਮੈਨੂੰ ਕੀ ਪਤਾ ਸੀ ਇੰਨੇ ਪੈਸੇ ਆ। ਵੀ ਉਹ ਰੱਖਦੇ ਰਹੇ ਆ ਤੇ ਹੁਣ ਉਹ ਸਾਰਾ ਕੁਝ ਨਿਕਲ ਰਿਹਾ ਉਹਦੇ ਵਿੱਚੋਂ। ਹੁਣ ਪਤਾ ਨਹੀਂ ਕਿੰਨਾ ਕੁਝ ਹੋਰ ਨਿਕਲਣਾ, ਪੁੱਛਗਿੱਛ ਤੋਂ ਬਾਅਦ ਕਿੰਨਾ ਕੁਝ ਹੋਰ ਮਿਲਣਾ, ਇਹ ਵੀ ਨਹੀਂ ਪਤਾ। ਮਤਲਬ ਬਹੁਤ ਵੱਡੇ ਪੱਧਰ ਤੇ ਦਾ ਮਤਲਬ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਸੱਤਾ ਦੇ ਦੌਰਾਨ ਜਿਹੜੀ ਹੈ ਲੁੱਟ ਹੋਈ ਹੈ ਉੱਥੇ ਆਮ ਲੋਕਾਂ ਦੀ, ਤੇ ਸਰਕਾਰੀ ਮਹਿਕਮਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਕਰਪਸ਼ਨ ਦਾ ਮਾਮਲਾ ਅਸੀਂ ਦੇਖਦੇ ਹਾਂ, ਉਹਦੇ 'ਚ ਬਹੁਤ ਵੱਡੀ ਸਕੇਲ ਤੇ ਸਾਰਾ ਕੁਝ ਵਾਪਰਿਆ ਹੈ। ਤੇ ਉਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਫਿਰ ਜਿਹੜਾ ਬਹੁਤ ਮਤਲਬ ਮਮਤਾ ਬੈਨਰਜੀ ਦਾ ਰਾਗ ਅਲਾਪਿਆ ਜਾ ਰਿਹਾ ਸੀ ਵੀ ਅਸਲ ਦੇ ਵਿੱਚ ਉਹਨਾਂ ਨੇ ਦਿੱਤਾ ਕੀ ਆ ਬੰਗਾਲੀਆਂ ਲਈ ਜਾਂ ਕੀਤਾ ਕੀ ਹੈ, ਹੁਣ ਪਤਾ ਲੱਗਦਾ। ਵੱਖਰੀ ਗੱਲ ਹੈ ਕਿ 34-35 ਸਾਲ ਦੀਆਂ ਜਿਹੜੀਆਂ ਖੱਬੀ ਧਿਰ ਦੀਆਂ ਗਲਤੀਆਂ ਜਿਹੜੀਆਂ ਆ ਉਸ ਤੋਂ ਬਾਅਦ ਮਮਤਾ ਬੈਨਰਜੀ ਆਉਂਦੇ ਆ, ਪਰ ਘੱਟੋ ਘੱਟ ਇਹ ਹੈ ਵੀ ਉਹਨਾਂ ਤੇ ਹਾਲੇ ਵੀ ਕਿਸੇ ਕਿਸਮ ਦਾ ਦਾਗ ਨਹੀਂ ਹੈ। ਜਿਹੜਾ 34 ਸਾਲਾਂ ਦਾ ਰਾਜ, ਉਹ ਤਾਨਾਸ਼ਾਹੀ ਦਾ ਇੱਕ ਰੁਝਾਨ ਤਾਂ ਉਹਨਾਂ 'ਚ ਪੈਦਾ ਹੋਇਆ, ਨੋ ਡਾਊਟ। ਪਿਛਲੇ ਆਖਰੀ ਜਿਹੜੇ 10 ਸਾਲ ਦਾ ਜਿਹੜਾ ਵਕਤ ਸੀਗਾ ਖੱਬੀ ਧਿਰ ਦੀ ਸਰਕਾਰ ਦਾ, ਤੇ ਪਰ ਗੁੰਡਾਗਰਦੀ ਦੇ ਵੀ ਇਲਜ਼ਾਮ ਲੱਗਦੇ ਰਹੇ, ਪਰ ਐਡੇ ਵੱਡੇ ਪੱਧਰ ਤੇ ਕੋਈ ਰਿਸ਼ਵਤ ਦਾ ਕੇਸ ਜਿਹੜਾ ਆ ਉਹ ਹਾਲੇ ਵੀ ਸਾਡੇ ਸਾਹਮਣੇ ਨਹੀਂ ਜੀ। ਬੰਗਾਲੀ ਤੇ ਕਹਿੰਦੇ ਦਸਾਂਝ ਸਾਹਿਬ ਸਿਆਣੇ ਬੜੇ ਹੁੰਦੇ ਆ, ਉਹ ਇਦਾਂ ਦਾ ਮੌਕਾ ਹੀ ਨਹੀਂ ਦਿੰਦੇ। ਸ਼ੁਰੂ ਤੋਂ ਕਹਿੰਦੇ ਆਉਂਦੇ ਆ ਕਿ ਪੰਜਾਬ ਦੇ ਲੋਕਾਂ ਦੀ ਮਸਲ ਪਾਵਰ ਤੇ ਬੰਗਾਲੀਆਂ ਦਾ ਦਿਮਾਗ ਰਲ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾ ਗਏ। ਆਪਾਂ ਇਹੋ ਪੜ੍ਹਦੇ ਸੁਣਦੇ ਆਏ ਬਚਪਨ ਤੋਂ। ਤੇ ਹੁਣ ਉਹਨਾਂ ਦੇ ਦਿਮਾਗ ਨੂੰ ਵੀ ਜੰਗਾਲ ਲੱਗ ਗਿਆ, ਬੰਗਾਲੀਆਂ ਦੇ ਦਿਮਾਗ ਨੂੰ ਵੀ ਜੰਗਾਲ ਲੱਗ ਗਿਆ ਕਿ ਉਹਨਾਂ ਦੀ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੁੰਦਾ ਜਾ ਰਿਹਾ। ਤੇ ਜੇ ਵਾਕਿਆ ਹੀ ਉਹਨਾਂ ਨੇ ਇੱਕ ਪ੍ਰੋਗਰੈਸਿਵ ਮੂਵਮੈਂਟ ਵਾਲੀ ਸਰਕਾਰ ਲਿਆਂਦੀ, ਕੁਝ ਚਿਰ ਚੱਲੀ, ਉਹਨਾਂ ਦੇ ਵਿੱਚ ਕੋਈ ਬਦਲਾਅ ਲਿਆ ਸਕਦੇ ਸੀ। ਉਹ ਉਹਨਾਂ ਦੀ ਲੀਡਰਸ਼ਿਪ ਨੂੰ ਵੀ ਸਮੇਂ-ਸਮੇਂ ਸਿਰ ਚੈਲੰਜ ਕਰ ਸਕਦੇ ਸੀ ਜੇ ਆਪਾਂ ਉਹਨਾਂ ਦੇ ਦਿਮਾਗ ਨੂੰ ਮੰਨਦੇ ਹਾਂ। ਹੁਣ ਵੀ ਜਦੋਂ ਮਮਤਾ ਬੈਨਰਜੀ ਜਿੱਤੀ ਆ, ਜਿਸ ਤਰੀਕੇ ਨਾਲ ਅਸੀਂ ਲੋਕਾਂ ਨੇ ਵੀ ਖੁਸ਼ੀਆਂ ਮਨਾਈਆਂ ਸੀਗੀਆਂ ਕਿ ਮੋਦੀ ਹੋਰਾਂ ਦੇ ਪੈਰ ਨਹੀਂ ਲੱਗਣ ਤੇ ਜਿਹੜੇ ਬੰਦੇ ਛੱਡ ਕੇ ਗਏ ਉਹ ਵਾਪਸ ਉਸ ਪਾਰਟੀ 'ਚ ਆਏ। ਕਿੰਨੇ ਵੱਡੇ ਪੱਧਰ ਤੇ ਮੇਰੇ ਖਿਆਲ 30-35 MLA ਤੇ ਵਾਪਸ ਆ ਗਏ। ਤੇ ਸਾਰੇ ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਮੋਦੀ ਹੋਰਾਂ ਦੀ ਉੱਥੇ ਇੱਕ ਨਹੀਂ ਚੱਲੀ, ਅਮਿਤ ਸ਼ਾਹ ਫੇਲ ਹੋ ਗਿਆ। ਤੇ
ਇੱਥੋਂ ਤੱਕ ਕਿ ਜਿਹੜੇ ਉਹ ਪੀਕੇ ਰੀਆਂ ਉਹਨਾਂ ਨੇ ਦਾਅਵੇ ਕੀਤੇ ਸੀ ਕਿ ਜੇ 100 ਸੀਟ ਲੈ ਗਈ ਤੇ ਮੈਂ ਕੰਮ ਹੀ ਛੱਡ ਦੂੰ। ਆ ਭਾਰਤੀ ਜਨਤਾ ਪਾਰਟੀ ਇੰਨੀ ਤਕੜੀ ਲੜਾਈ ਦਿੱਤੀ ਉਸ ਪਾਰਟੀ ਨੇ ਤੇ ਉਸ ਲੀਡਰ ਨੇ ਜਿਹੜੀ ਮੈਂ ਕਿਹਾ ਕਿ ਇੱਕ ਸਾਦਾ ਸਾੜੀ ਤੇ ਚੱਪਲਾਂ ਪਾ ਕੇ ਰੱਖਦੀ ਆ, ਤੇ ਕੀ ਉਹ ਲੋਕਾਂ ਨੂੰ ਬੁੱਧੂ ਬਣਾਉਂਦੀ ਰਹੀ ਜਾਂ ਉਹਨੂੰ ਨਹੀਂ ਪਤਾ ਲੱਗਿਆ? ਮਨਮੋਹਨ ਸਿੰਘ ਵਾਲਾ ਕੰਮ ਹੋ ਗਿਆ। ਤਾਂ ਉੱਪਰ ਇਮਾਨਦਾਰੀ ਤੇ ਥੱਲੇ ਸਪੈਕਟਰਮ ਚੱਲ ਰਹੇ ਵੱਡੇ ਵੱਡੇ, ਜਿੰਨੇ ਪੈਸਿਆਂ ਦੀ ਆਪਾਂ ਕੱਲ ਪਰਸੋਂ ਗੱਲ ਕਰਦੇ ਸੀ, ਜਿੰਨੀਆਂ ਸਿਫਰਾਂ ਲੱਗ ਜਾਂਦੀਆਂ ਸਾਡੇ ਵਰਗਿਆਂ ਤੇ ਉਹ ਗੰਢੇ ਵੀ ਨਹੀਂ ਆਉਂਦੇ। ਦੇਖੋ, ਉਸ ਇਮਾਨਦਾਰੀ ਦਾ ਕੋਈ ਲਾਭ ਨਹੀਂ ਹੈ ਜੇ ਇਸ ਇਮਾਨਦਾਰੀ ਦੇ ਪਰਾਂ ਦੇ ਹੇਠ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਕਰਪਸ਼ਨ ਚੱਲਦੀ ਹੋਵੇ। ਮੈਂ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਪੈਸਾ ਆ ਵਰਤਿਆ ਕਿੱਥੇ ਜਾਣਾ, ਇਹ ਅਸਲ ਦੇ ਵਿੱਚ ਫਿਰ ਵੱਖ-ਵੱਖ ਪੱਧਰ ਦੀਆਂ ਜਿਹੜੀਆਂ ਇਲੈਕਸ਼ਨਸ ਜਿਹੜੀਆਂ ਹੁੰਦੀਆਂ, ਪੰਚਾਇਤੀ ਚੋਣਾਂ ਤੋਂ ਲੈ ਕੇ ਲੋਕਲ ਬਾਡੀਜ਼ ਚੋਣਾਂ ਤੇ ਵਿਧਾਨ ਸਭਾ ਦੀਆਂ ਚੋਣਾਂ ਤੇ ਫਿਰ ਲੋਕ ਸਭਾ ਦੀਆਂ ਚੋਣਾਂ, ਉਹਨਾਂ ਚੋਣਾਂ ਦੇ ਵਿੱਚ ਇਦਾਂ ਦੀ ਜਿਹੜੀ ਕਾਲੀ ਕਮਾਈ ਆ ਉਹ ਵਰਤੀ ਜਾਂਦੀ ਰਹੀ ਹੈ ਤੇ ਉਹ ਵਰਤੀ ਜਾਣੀ ਸੀ। ਹੁਣ ਇਹ ਪੈਸੇ ਕਿਤੇ ਨਾ ਕਿਤੇ ਤਾਂ ਵਰਤੇ ਜਾਣੇ ਸੀ, ਥੋੜਾ ਕਿ ਨਿੱਜੀ ਤੌਰ ਤੇ ਇੱਕ ਬੰਦੇ ਨੇ ਇਹਦੇ ਸਾਰਾ ਜਿਹੜਾ ਕੁਝ ਪੈਸਾ ਰੱਖ ਜਾਣਾ ਸੀ, ਉਹ ਵੱਖਰਾ ਪਿਆ ਹੋਊਗਾ ਜਿਹੜਾ ਪਰਸਨਲ ਤੌਰ ਦੇ ਉੱਤੇ ਉਹਨੂੰ ਮਿਲਿਆ ਹੋਏਗਾ। ਇਹ ਜਿਹੜੀ ਕਾਲਾ ਧਨ ਜਿਹੜਾ ਕੈਸ਼ ਦੇ ਰੂਪ ਦੇ ਵਿੱਚ ਹੈ, ਇਹ ਤਾਂ ਅਲਟੀਮੇਟਲੀ ਇਦਾਂ ਦੇ ਨਜਾਇਜ਼ ਕੰਮਾਂ 'ਚ ਹੀ ਵਰਤਿਆ ਜਾਣਾ ਸੀ। ਤੇ ਫਿਰ ਮਮਤਾ ਬੈਨਰਜੀ ਨੂੰ ਇਹਦਾ ਇਲਮ ਨਾ ਹੋਵੇ ਤਾਂ ਇਹ ਤਾਂ ਮੰਨਿਆ ਨਹੀਂ ਜਾ ਸਕਦਾ। ਸੋ ਹੁਣ ਸੰਭਲਣ ਦਾ ਮੌਕਾ ਹੈ। ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ, ਵੈਸੇ ਤਾਂ ਤੁਸੀਂ ਵੀ ਦੱਸਿਆ, ਮਤਲਬ ਅਜੇ ਘੋਸ਼ ਦੇ ਸਖਤ ਰਿਐਕਸ਼ਨ ਤੋਂ ਬਾਅਦ ਹੀ ਉਹਦੇ ਤੇ ਐਕਸ਼ਨ ਹੋਇਆ। ਪਾਰਸੀ ਚੈਟਰਜੀ ਦੇ ਉੱਤੇ ਉਹਨੂੰ ਮੰਤਰੀ ਦਾ ਅਹੁਦੇ ਤੋਂ ਬਰਖਾਸਤ ਕੀਤਾ ਗਿਆ, ਪਾਰਟੀ ਚੋਂ ਕੱਢ ਦਿੱਤਾ ਗਿਆ। ਪਰ ਜੇ ਹੁਣ ਉਹ ਥੋੜਾ ਜਿਹਾ ਮਮਤਾ ਬੈਨਰਜੀ ਪਿਛਲੇ ਜਿਹੜੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਜਾਂ ਵਾਪਰਦਾ ਰਿਹਾ ਵੱਖ ਪਾਰਟੀਆਂ ਦੇ ਵਿੱਚ ਵੀ, ਤੇ ਜੇ ਉਹਦੇ ਤੋਂ ਸਬਕ ਲੈਣ ਤਾਂ ਹੁਣੇ ਹੀ ਇੱਕ ਸਕੈਨਿੰਗ ਜਿਹੜੀ ਆ ਉਹ ਜ਼ਰੂਰ ਕਰ ਦੇਣ ਆਪਣੇ ਸਾਰੇ ਮੰਤਰੀ ਮੰਡਲ ਦੀ, ਆਪਣੀ ਪਾਰਟੀ ਦੀ, ਤੇ ਉਹਦੇ 'ਚ ਜੋ ਕੁਝ ਵੀ ਦਿਖਾਈ ਦੇ ਰਿਹਾ ਹੋਵੇ ਕੁਝ ਇਸ ਕਿਸਮ ਦਾ, ਤੇ ਉਹਨੂੰ ਆਪੇ ਇਸ ਤੋਂ ਪਹਿਲਾਂ ਕਿ ਕਿਸੇ ਤੇ ਉਂਗਲੀ ਉੱਠੇ ਆਪੇ ਉਹਦੀ ਸਫਾਈ ਕਰ ਦੇਣ ਤਾਂ ਸ਼ਾਇਦ ਡਿੱਗਦੀ ਹੋਈ ਸਾਖ ਜਿਹੜੀ ਆ ਬਹਾਲ ਹੋ ਸਕਦੀ ਹੈ। ਪਰ ਜੇ ਉਹਨਾਂ ਨੇ ਦੇਰੀ ਨਾਲ ਐਕਸ਼ਨ ਲੈਣੇ ਆ, ਉਹ ਵੀ ਇੱਕ ਪਾਰਟੀ ਦੇ ਅੰਦਰੋਂ ਆਵਾਜ਼ ਉੱਠਣ ਤੋਂ ਬਾਅਦ, ਤਾਂ ਫਿਰ ਇਹਦਾ ਮਤਲਬ ਹੈ ਕਿ ਜਿਹੜਾ ਉਹਨਾਂ ਦਾ ਪਤਨ ਵੀ ਜਿਹੜਾ ਹੈ ਬੜੀ ਜਲਦੀ ਸ਼ੁਰੂ ਹੋ ਸਕਦਾ ਹੈ। ਫਿਰ ਨਵੇਂ ਸਿਰੋਂ ਜਿਹੜਾ ਜਿਸ ਬੌਧਿਕਤਾ ਦੀ ਤੁਸੀਂ ਜਿਸ ਚਿੰਤਨ ਦੀ ਗੱਲ ਕੀਤੀ ਆ ਬੰਗਾਲੀਆਂ ਦੀ, ਉਹ ਬੰਗਾਲੀ ਚਿੰਤਨ ਜਿਹੜਾ ਆ ਉਹ ਜ਼ਰੂਰ ਇਹਦੇ ਤੇ ਕੁਝ ਨਾ ਕੁਝ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਰੂਪ ਦੇ ਵਿੱਚ ਦੇਖੇਗਾ ਵੀ ਉਹਨੇ ਕਰਨਾ ਕੀ ਆ। ਬੰਗਾਲ ਜਿੱਧਰ ਨੂੰ ਜਾ ਰਿਹਾ ਉਤੋਂ ਮੋੜਾ ਕਿੱਦਾਂ ਦੇਣਾ ਆ। ਨਵੀਂ ਕਿਸਮ ਦੀ ਰਾਜਨੀਤੀ ਦਾ ਆਗਾਜ਼ ਜਿਹੜਾ ਉਹ ਹੋਣ ਦੀ ਸੰਭਾਵਨਾ ਵੀ ਏਦਾਂ ਦੀਆਂ ਘਟਨਾਵਾਂ ਪੈਦਾ ਕਰਦੀ ਹੈ। ਜੀ ਦਸਾਂਝ ਸਾਹਿਬ, ਜਿਹਨੂੰ ਅਸੀਂ ਨੈਸ਼ਨਲ ਪੋਲਿਟਿਕਸ ਕਹਿੰਦੇ, ਉਹਦੇ ਵੀ ਰੰਗ ਬੜੇ ਅਜੀਬੋ ਗਰੀਬ ਨਜ਼ਰ ਆ ਰਹੇ ਆ। ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਚੀਜ਼ਾਂ ਕਿ ਕਿੱਦਾਂ ਪਾਬੰਦੀਆਂ ਲਾਈਆਂ ਗਈਆਂ ਕਿ ਮੈਂਬਰ ਪਾਰਲੀਮੈਂਟ ਵੀ ਅੰਦਰ ਜਾ ਕੇ ਬੋਲ ਨਹੀਂ ਸਕਦਾ, ਬਾਹਰ ਨਿਕਲ ਕੇ ਵੀ ਗੱਲ ਨਹੀਂ ਕਰ ਸਕਦਾ ਕਿਸੇ ਨਾਲ, ਕੋਈ ਧਰਨਾ ਨਹੀਂ ਲਾ ਸਕਦਾ, ਤੇ ਲਗਭਗ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਤੇ ਗਲਾ ਘੁੱਟ ਹੀ ਦਿੱਤਾ ਲੱਗਦਾ ਜਿਸ ਤਰੀਕੇ ਨਾਲ ਚੱਲ ਰਿਹਾ ਸਾਰਾ। ਸਿਰਫ ਡਿਕਲੇਅਰ ਕਰਨਾ ਬਾਕੀ ਆ ਕਿ ਭਾਈ ਕੋਈ ਪਾਰਲੀਮੈਂਟ ਨਹੀਂ ਹੈਗੀ, ਫਿਰ ਇਹ ਚੁਣਦੇ ਕਾਹਦੇ ਨਹੀਂ, ਅਸੀਂ ਇਹ ਸਾਰਾ ਕੁਝ ਕਰਦੇ ਕਿਉਂ ਜੇ ਉੱਥੇ ਗੱਲ ਹੀ ਨਹੀਂ ਕਰਨ ਦੇਣੀ। ਤੇ ਹੁਣ ਤੇ ਕਹਿੰਦੇ ਇੱਕ ਮੰਜ਼ਰ ਹੋਰ ਵੇਖਣ ਨੂੰ ਮਿਲਿਆ ਕਿ ਉਹ ਸੋਨੀਆ ਗਾਂਧੀ ਤੇ ਸਿਮਰਤੀ ਇਰਾਨੀ ਰਿਆਮੋ ਸਾਹਮਣੇ ਹੋ ਗਏ। ਅਧੀਰ ਰੰਜਨ ਚੌਧਰੀ ਵੀ ਬੰਗਾਲੀ ਜੀ, ਬੰਗਾਲੀਆਂ ਤੋਂ ਗੱਲ ਸ਼ੁਰੂ ਹੁੰਦੀ, ਉਹਨੇ ਬੜੀ ਵਾਰ ਪਾਰਟੀ ਨੂੰ ਫਸਾਇਆ, ਕੋਈ ਨਾ ਕੁਝ ਪੁੱਠਾ ਸਿੱਧਾ ਬੋਲ ਦਿੰਦਾ ਉਹ, ਤੇ ਬਾਅਦ 'ਚ ਪਾਰਟੀ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਫਿਰ ਕਹਿ ਦਿੱਤਾ ਜਾਂਦਾ ਉਹ ਬੰਦਾ ਬੰਗਾਲੀ ਹੈ, ਜਿਹਨੂੰ ਹਿੰਦੀ ਨਹੀਂ ਆਉਂਦੀ, ਇਹਦੇ ਮੂੰਹੋਂ ਨਿਕਲ ਗਿਆ। ਤੇ ਨਾ ਆਵੇ ਸੋਨੀਆ ਨੂੰ ਹਿੰਦੀ, ਤੇ ਨਾ ਆਵੇ ਅਧੀਰ ਰੰਜਨ ਚੌਧਰੀ ਨੂੰ, ਜਿਹਨੂੰ ਲੀਡਰ ਬਣਾਇਆ ਹੋਇਆ ਆਪਣੇ ਸਟੇਟ ਦੇ ਵਿੱਚ, ਉਹਦਾ ਕੋਈ ਆਧਾਰ ਹੈ ਨਹੀਂ ਬੰਦੇ ਦਾ, ਤੇ ਇਹੋ ਜਿਹੇ ਬੰਦਿਆਂ ਨੂੰ ਲਿਆ ਕੇ ਉੱਤੇ ਥੋਪ ਦਿੰਦੀਆਂ ਨੇ ਪਾਰਟੀਆਂ। ਤੇ ਉਹਨੇ ਉਹ ਕੋਈ ਗੜਬੜ ਜੀ ਕਰਤੀ, ਰਾਸ਼ਟਰਪਤੀ ਨੂੰ ਰਾਸ਼ਟਰਪਤਨੀ ਕਹਿਤਾ, ਤੇ ਇਸ ਗੱਲ ਤੋਂ ਕਲੇਸ਼ ਵਧਿਆ। ਤੇ ਕਹਿੰਦੇ ਤੇ ਇਹ ਆ ਕਿ ਸੋਨੀਆ ਦੇ ਤੇ ਸਿਮਰਤੀ ਇਰਾਨੀ ਦੇ ਵਿੱਚ ਕਾਫੀ ਤਕਰਾਰ ਹੋਈ ਤੇ ਕਾਫੀ ਮੰਦੇ ਸ਼ਬਦ ਬੋਲੇ ਗਏ। ਸੋਨੀਆ ਗਾਂਧੀ ਨੂੰ ਇੱਥੋਂ ਤੱਕ ਕਿਤੇ ਕਹਿਤਾ ਉਹਨੇ, ਸਿਮਰਤੀ ਇਰਾਨੀ ਨੇ, ਕਿ ਤੂੰ ਹੁੰਦੀ ਕੌਣ ਆ ਮੇਰੇ ਨਾਲ ਇੱਦਾਂ ਗੱਲ ਕਰਨ ਵਾਲੀ, ਤੇਰੀ ਪਾਰਟੀ ਦਾ ਦਫ਼ਤਰ ਨਹੀਂ ਆ, ਜਿੱਦਾਂ ਆਪਾਂ ਕਹਿੰਦੇ ਹੁੰਦੇ ਆ ਤੇਰੇ ਪਿਓ ਦਾ ਰਾਜ ਨਹੀਂ ਆ, ਰਾਜ ਹੁਣ ਮੇਰੇ ਪਿਓ ਦਾ ਵਾ। ਤੇ ਦੂਜੇ ਪਾਸੇ ਕਹਿੰਦੇ ਆ ਕਿ ਸੋਨੀਆ ਨੇ ਗੁੱਸੇ ਦੇ ਵਿੱਚ ਕੋਈ ਇਸ਼ਾਰਾ ਇਹੋ ਜਿਹਾ ਕਰਤਾ ਜਿਹੋ ਜਿਹਾ ਸੜਕਾਂ ਦੇ ਲੋਕ ਕਰਦੇ ਆ, ਹਾਰਨ ਮਾਰਨ ਵਾਲੇ ਇੱਕ ਦੂਜੇ ਨੂੰ, ਪੁੱਠਾ ਸਿੱਧਾ ਉਂਗਲ ਵਰਗਾ। ਉਹ ਪਤਾ ਨਹੀਂ ਕਹਿੰਦੇ ਇਦਾਂ ਦੀ ਗੱਲ ਹੋਈ। ਕੀ ਇਹ ਪੱਧਰ ਇੰਨਾ ਕੁ ਹੋ ਗਿਆ ਐਡੇ ਵੱਡੇ ਲੀਡਰਾਂ ਦਾ? ਦੇਖੋ, ਮੈਂ ਉਹ ਵੀਡੀਓ ਤਾਂ ਨਹੀਂ ਦੇਖੀ ਜਿਹਦੇ 'ਚ ਇਸ਼ਾਰਾ ਦੀ ਗੱਲ ਤੁਸੀਂ ਕਰ ਰਹੇ ਹੋ, ਪਰ ਡੋਂਟ ਟਾਕ ਟੂ ਮੀ
ਇਹ ਲਫ਼ਜ਼ ਉਹਨੇ ਜ਼ਰੂਰ ਸਿਮਰਤੀ ਇਰਾਨੀ ਲਈ ਵਰਤਿਆ। ਤੇ ਦੂਜੀ ਗੱਲ, ਜਦੋਂ ਤੂੰ ਮੈਂ ਹੋਣ ਲੱਗੀ ਤੇ ਸੋਨੀਆ ਗਾਂਧੀ ਨੇ ਸਗੋਂ ਸਿਆਣਪ ਦਿਖਾਈ, ਉੱਥੋਂ ਚਲੇ ਗਏ। ਮਤਲਬ ਬਹੁਤੀ ਜ਼ਿਆਦਾ ਬਹਿਸਬਾਜ਼ੀ 'ਚ ਨਹੀਂ ਪਏ ਸੋਨੀਆ ਗਾਂਧੀ। ਅਸਲ ਦੇ ਵਿੱਚ ਜਿਸ ਤਰ੍ਹਾਂ ਦਾ ਸਿਮਰਤੀ ਇਰਾਨੀ ਦਾ ਜਿਹੜਾ ਟਰੈਕ ਰਿਕਾਰਡ ਹੈ, ਜਿੱਦਾਂ ਉਹ ਬੋਲਦੇ ਰਹੇ ਆ, ਤੇ ਜੋ ਭਾਰਤੀ ਜਨਤਾ ਪਾਰਟੀ ਦੀ ਇਸ ਕਿਸਮ ਦੀ ਲੀਡਰਸ਼ਿਪ ਹੈ ਜਿਹੜੀ ਜ਼ਿਆਦਾ ਮਤਲਬ ਵਿਲੱਕੜ ਹੈਗੀ ਆ, ਜ਼ਿਆਦਾ ਬੋਲਣ ਵਾਲੇ ਲੋਕ ਆ, ਉਹਨਾਂ 'ਚ ਸ਼ੁਮਾਰ ਹੁੰਦੀ ਹੈ ਸਿਮਰਤੀ ਇਰਾਨੀ। ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਆਦੀ ਹੈ, ਤੇ ਇਹ ਕੋਈ ਡਾਇਰੈਕਟਲੀ ਸਿਮਰਤੀ ਇਰਾਨੀ ਨਾਲ ਗੱਲ ਵੀ ਨਹੀਂ ਸੀ ਕਰ ਰਹੇ ਸੋਨੀਆ ਗਾਂਧੀ। ਉਹ ਇੱਕ ਹੋਰ ਸੰਸਦ ਮੈਂਬਰ ਰਮਾ ਦੇਵੀ ਹੈ, ਉਹਦੇ ਨਾਲ ਗੱਲ ਕਰ ਰਹੇ ਸੀ, ਤੇ ਅਧੀਰ ਰੰਜਨ ਚੌਧਰੀ ਦੀ ਗੱਲ ਜਿਹੜੀ ਹੋ ਰਹੀ ਸੀ ਉਹਦੇ 'ਚ ਉਹ ਰਮਾ ਜਿਹੜੀ ਸੰਸਦ ਮੈਂਬਰ ਆ, ਉਹ ਕੋਈ ਕੁਐਸਚਨ ਕਰ ਰਹੀ ਸੀ ਸੋਨੀਆ ਗਾਂਧੀ ਨੇ, ਤੇ ਸੋਨੀਆ ਗਾਂਧੀ ਨੇ ਅਧੀਰ ਰੰਜਨ ਬਾਰੇ ਇਹ ਗੱਲ ਕਹੀ ਹੈ ਕਿ ਉਹਨੇ ਮਾਫੀ ਮੰਗ ਲਈ ਹੈ। ਤੇ ਪਰ ਮੈਂ ਤੁਹਾਨੂੰ ਪੁੱਛਦੀ ਹਾਂ ਵੀ ਮੇਰਾ ਨਾਂ ਤੁਸੀਂ ਵਿੱਚ ਕਿਉਂ ਘੜੀਸੀ ਜਾਂਦੇ ਆ? ਵੀ ਕਿਸੇ ਸੰਸਦ ਮੈਂਬਰ ਨੇ ਕੋਈ ਟਿੱਪਣੀ ਕਰਤੀ, ਕੋਈ ਗੱਲ ਕਹਿਤੀ, ਉਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਉਹਦੇ 'ਚ ਮੇਰੀ ਸਹਿਮਤੀ ਹੈ। ਤੇ ਜਦੋਂ ਉਹ ਇਹ ਗੱਲ ਕਰ ਰਹੀ ਸੀ ਰਮਾ ਦੇਵੀ ਨਾਲ, ਉਦੋਂ ਹੀ ਵਿੱਚ ਇੰਟਰਵੀਨ ਕੀਤਾ ਸਿਮਰਤੀ ਇਰਾਨੀ ਨੇ। ਉਹਨੇ ਕਿਹਾ, ਮੈਡਮ ਮੈਂ ਤੁਹਾਡਾ ਨਾਂ ਲਿਆ, ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਸਾਰਿਆਂ ਤੋਂ। ਤੇ ਉਹਦੇ ਤੇ ਸੋਨੀਆ ਗਾਂਧੀ ਨੇ ਕਿਹਾ ਕਿ ਡੋਂਟ ਟਾਕ ਟੂ ਮੀ। ਤੇ ਸੋਨੀਆ ਗਾਂਧੀ ਦੇ ਇਸ ਵਾਕ ਤੋਂ ਬਾਅਦ ਬਹੁਤ ਤੱਤੀ ਠੰਡੀ ਹੋਈ ਹੈ ਸਿਮਰਤੀ ਇਰਾਨੀ, ਤੇ ਜਿਸ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਮੀਡੀਆ ਦੇ ਵਿੱਚ ਇਸ ਰੂਪ ਦੇ ਸਾਡੇ ਸਾਹਮਣੇ ਹੈ। ਅੱਛਾ, ਮੈਂ ਇਹਦੇ 'ਚ ਚਲੋ ਇਹ ਤਾਂ ਰੂਟੀਨ ਦੀ ਖਬਰ ਹੈ, ਇਹਦੇ ਤੇ ਚਰਚਾ ਹੋ ਰਹੀ ਆ, ਕੋਈ ਮਾਫੀ ਮੰਗੇ ਨਾ ਮੰਗੇ। ਅਧੀਰ ਰੰਜਨ ਨੇ ਕਿਹਾ ਵੀ ਹਾਂ ਜ਼ੁਬਾਨ ਫਿਸਲ ਗਈ ਮੇਰੀ, ਤੇ ਪਰ ਮੈਂ ਮਾਫੀ ਮੰਗੂਗਾ ਸਿੱਧਾ ਰਾਸ਼ਟਰਪਤੀ ਕੋਲ ਜਾ ਕੇ, ਮੈਂ ਨਾ ਪਖੰਡੀਆਂ ਤੋਂ ਮਾਫੀ ਕਿਉਂ ਮੰਗਾ, ਉਹਨੇ ਇਹ ਗੱਲ ਕਹੀ ਹੈ। ਮੈਂ ਵੈਸੇ ਉਦਾਂ ਗੱਲ ਸੋਚਦਾ ਸੀ, ਕੱਲ ਦਾ ਸੋਚੀ ਜਾਂਦਾ ਸੀ ਵੀ ਕੀ ਅਸੀਂ ਕੁਝ ਜਿਹੜੇ ਨਾਂ ਰੱਖ ਲੈਂਦੇ ਆ, ਜਿਹੜਾ ਰਾਸ਼ਟਰਪਤੀ ਅਸੀਂ ਨਾਂ ਰੱਖ ਲਿਆ, ਤੇ ਪ੍ਰੈਜ਼ੀਡੈਂਟ ਦੀ ਥਾਂ ਦੇ ਉੱਤੇ ਬਾਕੀ ਕੰਟਰੀਜ਼ ਦੇ ਵਿੱਚ ਅੰਗਰੇਜ਼ੀ ਦਾ ਲਫ਼ਜ਼ ਪ੍ਰੈਜ਼ੀਡੈਂਟ ਚੱਲਦਾ, ਅਸੀਂ ਰਾਸ਼ਟਰਪਤੀ। ਮੈਨੂੰ ਲੱਗਦਾ ਕਿ ਪ੍ਰੈਜ਼ੀਡੈਂਟ ਦਾ ਜਿਹੜਾ ਅਨੁਵਾਦ ਰਾਸ਼ਟਰਪਤੀ ਉਹ ਦਰੁਸਤ ਨਹੀਂ ਹੈ, ਤੇ ਉਹ ਰੂਟੀਨ 'ਚ ਉਹਦੇ ਮੂੰਹ 'ਚੋਂ ਰਾਸ਼ਟਰਪਤੀ ਨਹੀਂ ਨਿਕਲ ਗਿਆ, ਉਹਦਾ ਗੁੱਸਾ ਕਰ ਲਿਆ ਗਿਆ। ਜੇ ਰਾਸ਼ਟਰਪਤੀ ਦਾ ਗੁੱਸਾ ਹੈ ਤੇ ਰਾਸ਼ਟਰਪਤੀ ਦਾ ਵੀ ਤਾਂ ਗੁੱਸਾ ਹੋਣਾ ਚਾਹੀਦਾ। ਮੈਨੂੰ ਲੱਗਦਾ, ਮੈਂ ਮਾਫੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਵੀ ਏਦਾਂ ਅਸੀਂ ਰਾਸ਼ਟਰਪਿਤਾ ਬਣਾ ਲਿਆ ਮਹਾਤਮਾ ਗਾਂਧੀ ਨੂੰ। ਮੈਨੂੰ ਲੱਗਦਾ ਕੁਝ ਕਿਤੇ ਨਾ ਕਿਤੇ ਹੈ, ਇਹ ਥੋੜੀ ਬਹੁਤ ਇਹਨੂੰ ਦਰੁਸਤੀਆਂ ਦੀ, ਸ਼ਾਇਦ ਸੰਵਿਧਾਨਕ ਸੋਧਾਂ ਦੀ ਇਹਦੇ 'ਚ ਜ਼ਰੂਰਤ ਹੈ। ਲਫ਼ਜ਼ਾਂ ਦੀ ਵੀ ਇੱਕ ਆਪਣੀ ਭਾਸ਼ਾ, ਲਫ਼ਜ਼ਾਂ ਦੀ ਵੀ ਇੱਕ ਆਪਣੀ ਸਿਆਸਤ ਹੋ ਜਾਇਆ ਕਰਦੀ ਹੈ, ਲਫ਼ਜ਼ਾਂ ਦੇ ਆਪਣੇ ਅਰਥਾਂ ਦੇ ਅਨਰਥ ਹੋ ਜਾਇਆ ਕਰਦੇ ਆ। ਇੱਥੇ ਵੀ ਮੈਨੂੰ ਲੱਗਦਾ ਇਸੇ ਤਰ੍ਹਾਂ ਹੋਇਆ ਜੀ। ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਇਹ ਗੱਲਾਂ ਚੱਲ ਰਹੀਆਂ ਸੀ, ਜਿਹੜੀ ਗੱਲ ਤੁਸੀਂ ਅੱਜ ਪੁੱਟ ਕੀਤੀ ਹੈ, ਇਹ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਿ ਕੁਝ ਇੱਕ ਸ਼ਬਦ ਜਿਹੜੇ ਨੇ ਉਹਨਾਂ ਨੂੰ ਚੇਂਜ ਕਰਨ ਦੀ ਲੋੜ ਹੈ, ਤੇ ਸ਼ਾਇਦ ਉੱਥੋਂ ਹੀ ਉਹ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਕਿਤੇ ਗੱਲ ਲੱਭੀ ਹੋਣੀ ਹੈ, ਤੇ ਉਹਨਾਂ ਕਹਿ ਦਿੱਤੀ। ਜ਼ਬਾਨ ਤੇ ਘੱਟ ਹੀ ਫਿਸਲਦੀ ਆ, ਜਾਣ ਕੇ ਮੁੜ ਕੇ ਬਹਾਨਾ ਬਣ ਜਾਂਦਾ ਕਿ ਸਾਡੀ ਜ਼ਬਾਨ ਫਿਸਲ ਗਈ। ਪੰਜਾਬ ਦੀ ਰਾਜਨੀਤੀ ਦਾ ਇੱਕ ਆਖਰੀ ਸਵਾਲ ਪੁੱਛ ਲਈਏ। ਏਜੀ ਨੂੰ ਲੈ ਕੇ ਬੜਾ ਰੌਲਾ ਪਿਆ ਸੀਗਾ, ਤੇ ਹੁਣ ਤੇ ਇਹ ਕਿਹਾ ਗਿਆ ਕਿ ਦਿੱਲੀ 'ਚ ਵੀ ਤਕਰਾਰ ਹੋ ਗਿਆ ਥੋੜ੍ਹਾ ਜਿਹਾ ਰਾਘਵ ਚੱਡਾ ਦਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ। ਪਰ ਮੁੱਖ ਮੰਤਰੀ ਸਾਹਿਬ ਨੇ ਬਾਹਰ ਆ ਕੇ ਤੇ ਇਹੋ ਕਿਹਾ ਕਿ ਇਹੋ ਜਿਹੀ ਗੱਲ ਕੋਈ ਵੀ ਨਹੀਂ। ਤੇ ਅੱਜ ਮੈਂ ਇੱਕ ਪ੍ਰੋਗਰਾਮ ਵੇਖ ਰਿਹਾ ਸੀ, ਉਹ 'ਚ ਕਹਿੰਦੇ ਆ ਹਵਾਲੇ ਨਾਲ ਹਮੀਰ ਸਿੰਘ ਗੱਲ ਕਰ ਰਹੇ ਸੀ ਕਿਤੇ ਕਿ ਭਾਜੀ ਗੁਰਸ਼ਰਨ ਸਿੰਘ ਹਰੀ ਇੱਕ ਨਾਟਕ ਦੇ ਵਿੱਚ ਕਹਿੰਦੇ ਆ ਕਿ ਜੇ ਸਰਕਾਰ ਕਵੇ ਕਿ ਬੜੀ ਵੱਡੀ ਹਨੇਰੀ ਝੁੱਲਣ ਵਾਲੀ ਕੁਝ ਹੋ ਜਾਣਾ ਆ, ਜਿੱਦਾਂ ਇੱਥੇ ਰਿਪੋਰਟਾਂ ਆਉਂਦੀਆਂ ਕਿ ਖੁਫੀਆ ਰਿਪੋਰਟਾਂ ਮਿਲੀਆਂ ਕਿ ਬੜਾ 15 ਅਗਸਤ ਨੂੰ ਪਤਾ ਨਹੀਂ ਕੀ ਹੋ ਜਾਣਾ, 26 ਜਨਵਰੀ ਕੀ ਹੋਣਾ, ਤੇ ਸਮਝੋ ਕੱਖ ਨਹੀਂ ਹੋਣਾ। ਤੇ ਜਿੱਦਣ ਸਰਕਾਰ ਕਵੇ ਕਿ ਬੜੀ ਸ਼ਾਂਤੀ ਹੈ, ਸਭ ਕੁਝ ਠੀਕ ਠਾਕ ਹੈ, ਤਾਂ ਮਤਲਬ ਅਗਲੇ ਦਿਨ ਕੁਝ ਹੋਣ ਵਾਲਾ ਆ। ਤੇ ਇਹੋ ਜਿਹਾ ਹੀ ਬਿਆਨ ਭਗਵੰਤ ਮਾਨ ਹੋਰਾਂ ਦਾ ਉਹ ਕੋਟ ਕਰ ਰਹੇ ਸੀ ਆਇਆ ਕਿ ਸਾਡਾ ਸਾਰਾ ਕੁਝ ਠੀਕ ਠਾਕ ਆ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਲੱਗਦਾ ਹੈ ਕਿ ਦਿੱਲੀ ਜਾ ਕੇ ਵੀ ਭਗਵੰਤ ਮਾਨ ਹੋਰਾਂ ਦੀ ਬਾਂਹ ਮਰੋੜੀ ਗਈ ਆ ਵੀ ਚੁੱਪ ਕਰਕੇ ਬਹਿ ਜਾਓ, ਜੋ ਅਸੀਂ ਫੈਸਲਾ ਕਰਤਾ ਉਹ ਠੀਕ ਆ। ਤੇ ਨਾਲ ਦੀ ਨਾਲ ਪਾਰਟੀ ਦਾ ਦੋਗਲਾਪਣ ਵੀ ਕਿ ਪਹਿਲੇ ਏਜੀ ਨੂੰ ਤੇ ਆਪਣੀ ਟੀਮ ਬਣਾਉਣ ਦੀ ਇਜਾਜ਼ਤ ਦਿੱਤੀ ਨਹੀਂ, ਹੋਣ ਨਾਲ ਭਗਵੰਤ ਮਾਨ ਕਹਿਤਾ ਕਿ ਆਪਣੀ ਟੀਮ ਆਪ ਬਣਾਉਣਗੇ। ਉਹਦੀ 17-75 ਦੀ ਲਿਸਟ ਕਹਿੰਦੇ ਆ ਰਾਘਵ ਚੱਡਾ ਫੜਾਈ ਜਾਂਦਾ ਸੀ, ਉਹ ਹੁਣ ਕਿੱਥੇ ਜਾਊਗੀ? ਸੋ ਕਿੱਦਾਂ ਦੇ ਕਿਰਦਾਰ ਆ। ਤੇ ਇੱਕ ਪਾਸੇ ਆਪਾਂ ਗਣਾਇਆ ਸੀ ਪਰਸੋਂ ਚੌਥ ਕਿ ਕਿਹੜੇ ਕਿਹੜੇ ਉਹਨਾਂ ਕੋਲ ਕੇਸ ਰਹੇ, ਤੇ ਆਪਾਂ ਆਪ ਵੀ ਮਹਿਸੂਸ ਕਰਦੇ ਹਾਂ ਕਿ ਇੱਕ ਆਜ਼ਾਦ ਵਕੀਲ ਜਦੋਂ ਕੇਸ ਲੜਦਾ ਹੈ ਪ੍ਰੋਫੈਸ਼ਨਲੀ, ਤੇ ਇਹ ਚੀਜ਼ਾਂ ਆੜੇ ਨਹੀਂ ਆਉਣੀਆਂ ਚਾਹੀਦੀਆਂ। ਪਰ ਦਿਓਲ ਦੇ ਮਾਮਲੇ 'ਚ, ਦੂਜਿਆਂ ਮਾਮਲਿਆਂ 'ਚ ਇਹੋ ਪਾਰਟੀ ਸਵਾਲ ਉਠਾਉਂਦੀ ਹੁੰਦੀ ਸੀ ਕਿ ਜਿਹੜਾ ਵਿਅਕਤੀ ਬੇਅਦਬੀਆਂ ਦੇ ਮਾਮਲੇ ਦੇ ਕੇਸ ਲੜਦਾ ਵਿਰੋਧੀਆਂ ਵੱਲੋਂ, ਤੇ ਉਹ ਸਰਕਾਰ ਦਾ ਪੱਖ ਕਿੱਦਾਂ ਪੂਰੂ? ਤੇ ਹੁਣ ਇਹ ਤੇ ਇਕੱਲੇ ਬੇਅਦਬੀ ਨਹੀਂ, ਇਹ ਤੇ ਸਾਰੇ ਕੇਸਾਂ 'ਚ ਹੀ। ਫਿਰ ਇੱਥੇ ਇਹਨਾਂ ਦੀ ਪਾਲਿਸੀ ਕਿਉਂ ਡਬਲ ਟ੍ਰਿਪਲ ਜਿਹੜੀ ਆ
ਨੀਤੀਆਂ ਚੱਲ ਜਾਂਦੀਆਂ ਨੇ। ਇਹ ਬੜਾ ਹਾਸੋਹੀਣਾ ਜਿਹਾ ਹਾਲਾਤ ਬਣਾਏ ਹੋਏ ਆ ਭਗਵੰਤ ਮਾਨ ਨੇ। ਪਰ ਭਗਵੰਤ ਮਾਨ ਦਾ ਇਸ ਤਰ੍ਹਾਂ ਦਾ ਜਿਹੜਾ ਕਿਰਦਾਰ ਹੈ, ਜਿੱਦਾਂ ਕਮਜ਼ੋਰ ਵਿਅਕਤੀ ਦੇ ਤੌਰ 'ਤੇ ਨਜ਼ਰ ਆ ਰਿਹਾ, ਉਹ ਪੰਜਾਬੀਆਂ ਨੂੰ ਰੜਕ ਤੇ ਰਿਹਾ ਕਿਤੇ ਨਾ ਕਿਤੇ। ਦੋ ਗੱਲਾਂ ਨੇ। ਨੰਬਰ ਇੱਕ ਤਾਂ ਇਹ ਅਸੀਂ ਵੀ ਸਵਾਲ ਉਠਾ ਰਹੇ ਸੀ ਵੀ 10-12 ਕੇਸ ਦਾ ਆਪਾਂ ਜ਼ਿਕਰ ਕੀਤਾ ਸੀ, ਤੁਸੀਂ ਉਹ ਲਿਸਟ ਪੜ੍ਹੀ ਸੀ, ਤੇ ਅਸੀਂ ਇਹ ਕਹਿ ਰਹੇ ਸੀ ਵੀ ਮੰਨ ਲਈਏ ਮਤਲਬ ਹੁਣ ਉਹ ਜਿਹੜਾ ਸੈਣੀ ਆ, ਸੁਮੇਧ ਸਿੰਘ ਸੈਣੀ ਵਾਲਾ ਵੀ ਇਹੀ ਵਕੀਲ ਸੀਗੇ, ਬਾਕੀ ਮਾਮਲੇ ਵੀ ਜਿਹੜੇ ਬਹੁਤੇ ਸਿੱਧੇ ਤੌਰ ਤੇ ਸਰਕਾਰ ਦੇ ਖਿਲਾਫ ਇਹ ਕੇਸ ਜਿਹੜੇ ਲੜੇ ਆ ਇਹਨਾਂ ਨੇ, ਤੇ ਮੰਨ ਲਈਏ ਵੀ ਉਸ ਕੇਸ ਦੇ ਵਿੱਚ ਮਤਲਬ ਇਹਨਾਂ ਨੇ ਅਪੀਲ ਹੋਣਾ ਆ ਐਡਵੋਕੇਟ ਜਨਰਲ ਦੇ ਤੌਰ ਦੇ ਉੱਤੇ, ਸਰਕਾਰ ਦੇ ਵਕੀਲ ਦੇ ਤੌਰ ਤੇ, ਜਿਸ ਕੇਸ 'ਚ ਪਹਿਲਾਂ ਇਹ ਪੈਰਵੀ ਕਰਦੇ ਰਹੇ ਆ, ਮਤਲਬ ਸੈਣੀ ਦਾ ਕੇਸ ਹੀ ਹੋਵੇ ਜਾਂ ਕੋਈ ਵੀ ਹੋਰ ਕੇਸ ਹੋਵੇ, ਉਹ ਜਿਹੜੇ ਪਹਿਲਾਂ ਆਪਣੇ ਲੌਜਿਕ ਜਿਹੜੇ ਉਹਨਾਂ ਨੇ ਉਸਾਰੇ ਸੀ ਸੈਣੀ ਦਾ ਕੇਸ ਲੜਦਿਆਂ ਹੋਇਆ, ਉਹਨਾਂ ਲੌਜਿਕਾਂ ਦੀ ਕਾਟ ਕਿੱਥੋਂ ਲੈ ਕੇ ਆਉਣਗੇ, ਉਹਨਾਂ ਦਲੀਲਾਂ ਦਾ ਜਵਾਬ ਕਿੱਥੋਂ ਤਿਆਰ ਕਰਨਗੇ ਆਪ ਹੀ। ਇਹ ਬੜਾ ਵੱਡਾ ਸਵਾਲ ਹੈ। ਇਹ ਠੀਕ ਹੈ ਕਿ ਪ੍ਰੋਫੈਸ਼ਨਲੀ ਉਹਨੂੰ ਇਹ ਥੋੜਾ ਪਤਾ ਸੀ ਵੀ ਵਿਨੋਦ ਕਈ ਹੋਰਾਂ ਨੂੰ ਵੀ ਮੈਨੂੰ ਕਿਤੇ ਐਡਵੋਕੇਟ ਜਨਰਲ ਬਣਾ ਲੈਣਾ, ਉਹ ਪ੍ਰੋਫੈਸ਼ਨਲੀ ਕੰਮ ਕਰਦੇ ਆ ਤੇ ਉਹਨਾਂ ਨੇ ਆਪਣੀ ਮਰਜ਼ੀ ਦੇ ਮੁਤਾਬਕ ਜਿੱਥੇ ਜ਼ਿਆਦਾ ਪੈਸਾ ਮਿਲਦਾ, ਏਦਾਂ ਦੇ ਕੇਸਾਂ 'ਚ ਪੈਸਾ ਬਹੁਤ ਹੁੰਦਾ ਨਾ, ਜਿਹੜੇ ਵੱਡੇ ਹਾਈ ਪ੍ਰੋਫਾਈਲ ਕੇਸ ਹੁੰਦੇ ਆ। ਹੁਣ ਜਿਹੜਾ ਮਜੀਠੀਏ ਦਾ ਕੇਸ ਕੋਈ ਲੜੇਗਾ, ਲੜ ਰਹੇ ਨੇ ਜਿਹੜੇ, ਬਹੁਤ ਜ਼ਿਆਦਾ ਉਹਨਾਂ ਦੀਆਂ ਫੀਸਾਂ ਹੁੰਦੀਆਂ, ਜਿੱਦਾਂ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜਾ ਹਰਜੋਤ ਬੈਂਸ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਵੀ ਇੱਕ ਦਿਨ ਦੀ ਫੀਸ ਜਿਹੜੀ ਹੈ ਉਹ ਮੁਖਤਾਰ ਅੰਸਾਰੀ ਦੀ ਜਿਹੜੀ ਸੁਪਰੀਮ ਕੋਰਟ ਜਿਹੜਾ ਵਕੀਲ ਕਰਕੇ ਦਿੱਤਾ ਪੰਜਾਬ ਸਰਕਾਰ ਨੇ, ਉਹਦੀ ਇੱਕ ਦਿਨ ਦੀ ਫੀਸ 10 ਲੱਖ ਸੀ, ਵੀ 55 ਲੱਖ ਦਾ ਬਿੱਲ ਤਾਂ ਸਾਨੂੰ ਆਇਆ ਪਿਆ ਸੀ ਕੱਲ੍ਹ ਹੀ ਦੇਈਏ, ਕੰਮ ਹੀ ਕਾਂਗਰਸ ਸਰਕਾਰ ਨੇ ਕੀਤਾ। ਅਲਟੀਮੇਟਲੀ ਮੈਂ ਸਮਝਦਾ ਕਿ ਇਹ ਬੜਾ ਔਖਾ ਜਿਹਾ ਕੰਮ ਹੈ ਕਿ ਕੱਲ ਤੱਕ ਤੁਸੀਂ ਕੁਝ ਹੋਰ ਕਹਿ ਰਹੇ ਸੀ, ਅੱਜ ਆਪਣੀਆਂ ਗੱਲਾਂ ਨੂੰ ਤੁਸੀਂ ਕੱਟਣਾ ਹੈ ਸਰਕਾਰ ਵੱਲੋਂ। ਸੋ ਇਹ ਇੱਕ ਬੜੀ ਹਾਸੋਹੀਣੀ ਸਥਿਤੀ ਵੀ ਹੈ ਤੇ ਬੜਾ ਔਖਾ ਜਿਹਾ ਕਾਰਜ ਵੀ ਹੈ। ਜਾਂ ਤਾਂ ਉਦੋਂ ਝੂਠ ਬੋਲਦੇ ਸੀ ਜਾਂ ਹੁਣ ਝੂਠ ਬੋਲਣਗੇ। ਤੱਥਾਂ ਨੂੰ ਤੋੜਨ ਮਰੋੜਨ ਦਾ ਜਿਹੜਾ ਇੱਕ ਮਹਾਰਤ ਜਿਹੜੀ ਹੈ, ਸ਼ਾਇਦ ਉਹਨੂੰ ਕਾਬਲੀਅਤ ਕਿਹਾ ਜਾਂਦਾ ਹੈ ਵਕੀਲਾਂ ਦੀ। ਤੇ ਦੂਜੀ ਗੱਲ ਭਗਵੰਤ ਮਾਨ ਹੋਰਾਂ ਦਾ ਜਿਹੜਾ ਮਾਮਲਾ ਹੈ, ਉਹਦੇ 'ਚ ਦੇਖੋ ਮੈਂ ਇਹ ਸਮਝਦਾ ਕਿ ਭਾਵੇਂ ਹੁਣ ਤੁਹਾਨੂੰ ਲੱਗਦਾ ਹੋਏਗਾ ਵੀ ਹਾਂ ਵੀ ਕੋਈ ਨਾ ਕੋਈ ਖਟਪਟ ਹੋ ਰਹੀ ਹੈ ਰਾਘਵ ਚੱਡੇ ਨੂੰ ਲੈ ਕੇ, ਕੇਜਰੀਵਾਲ ਤੇ ਰਾਘਵ ਚੱਡੇ ਤੇ ਭਗਵੰਤ ਮਾਨ ਦੀ ਮੀਟਿੰਗ ਵੀ ਹੋਈ, ਉਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਨਹੀਂ ਏਦਾਂ ਦੀ ਕੋਈ ਗੱਲ ਨਹੀਂ, ਸਾਡੇ ਦਾ ਸਾਰਾ ਕੁਝ ਠੀਕ ਠਾਕ ਹੈ। ਭਾਵੇਂ ਖਟਪਟ ਹੁੰਦੀ ਰਹੇਗੀ, ਪਰ ਮੈਨੂੰ ਲੱਗਦਾ ਕਿ ਕੁਝ ਮਾਮਲਿਆਂ ਦੇ ਉੱਤੇ ਜਦੋਂ ਉਹਨਾਂ ਨੂੰ ਸੀਐਮ ਦਾ ਕੈਂਡੀਡੇਟ ਅਨਾਉਂਸ ਕੀਤਾ ਗਿਆ ਤੇ ਜਦ ਸੀਐਮ ਬਣਾਇਆ ਗਿਆ, ਉਦੋਂ ਪਹਿਲਾਂ ਹੀ ਸ਼ਾਇਦ ਤੈਅ ਹੋ ਚੁੱਕਾ ਸੀ ਭਗਵੰਤ ਮਾਨ ਨਾਲ ਵੀ ਇਨ ਫਿਊਚਰ ਕੁਝ ਇਸ ਤਰ੍ਹਾਂ ਦਾ ਕੰਮ ਕਰਨ ਦਾ ਸਾਡਾ ਤਰੀਕਾ ਰਹੇਗਾ ਤੇ ਉਹਦੇ 'ਚ ਸਾਡੀ ਫਿਰ ਸਾਨੂੰ ਸਹਿਮਤੀ ਨਹੀਂ ਚਾਹੀਦੀ, ਸਹਿਮਤੀ ਚਾਹੀਦੀ ਹੈ। ਤੇ ਇਹ ਗੱਲਾਂ ਭਗਵੰਤ ਮਾਨ ਨੇ ਪਹਿਲਾਂ ਹੀ ਮੰਨੀਆਂ ਹੋਈਆਂ। ਵੱਖਰੀ ਗੱਲ ਹੈ ਕਿ ਪਿੰਚ ਕਰਦਾ ਹੋ ਸਕਦਾ ਕੁਝ ਮਾਮਲਿਆਂ ਦੇ ਵਿੱਚ ਭਗਵੰਤ ਮਾਨ ਨੂੰ ਕਿ ਆਹ ਕੀ ਹੋਈ ਜਾਂਦਾ, ਮੇਰੀ ਤਾਂ ਤਾਕਤ ਹੀ ਬਿਲਕੁਲ ਸੀਮਿਤ ਹੋ ਗਈ ਹੈ। ਆਪਾਂ ਇੱਕ ਲਫ਼ਜ਼ ਵੀ ਕਿਹਾ ਸੀ ਵੀ ਸਾਈਨਿਕ ਅਥਾਰਟੀ ਹੀ ਕੇਵਲ ਬਣਾ ਕੇ ਦਿੱਤੇ ਜਾਣਗੇ ਭਗਵੰਤ ਮਾਨ, ਉਹ ਹੁਣ ਦਿਖਾਈ ਦੇ ਰਿਹਾ ਤੇ ਉਹ ਬੇਵਸੀ ਤਾਂ ਹੈ। ਉਹ ਬੇਵਸੀ ਦੇ ਆਲਮ ਕਰਕੇ ਕੁਝ ਨਾ ਕੁਝ ਟਕਰਾਅ ਦੀਆਂ ਖਬਰਾਂ ਵੀ ਕੁਝ ਨਿਕਲ ਆਉਂਦੀਆਂ ਵੀ ਹਾਂ ਵੀ ਕੋਈ ਨਾ ਕੋਈ ਟਕਰਾਅ ਹੈ, ਕੋਈ ਨਾ ਕੋਈ ਇੱਕ ਦੂਜੇ ਦੇ ਨਾਲ ਤਰਕੋ ਤਰਕੀ ਹੋਏ ਹੋ ਸਕਦੇ ਆ, ਕੋਈ ਆਪਣੀ ਗੱਲ ਰੱਖੀ ਹੋ ਸਕਦੀ ਭਗਵੰਤ ਮਾਨ ਨੇ, ਪਰ ਉਹਨਾਂ ਨੂੰ ਫਿਰ ਸੁੱਟ ਲਿਆ ਗਿਆ ਇੱਕ ਕਿਸਮ ਦਾ। ਜਿਸ ਤੋਂ ਬਾਅਦ ਉਹ ਲੱਗਦਾ ਕਿ ਜਿਹੜੀਆਂ ਉਹ ਗੱਲਾਂ ਕਹਿ ਰਿਹਾ ਕਿ ਉਹ ਜੋ ਕੇਜਰੀਵਾਲ ਜਾਂ ਰਾਘਵ ਚੱਡਾ ਚਾਹੁੰਦੇ ਆ ਉਹਦੇ ਮੁਤਾਬਕ ਭਗਵੰਤ ਮਾਨ ਨੂੰ ਕੰਮ ਕਰਨਾ ਪੈ ਰਿਹਾ। ਇਹ ਸਿਚੁਏਸ਼ਨ ਕੋਈ ਬਹੁਤ ਹੀ ਚੰਗੀ ਨਹੀਂ ਹੈ, ਇਹ ਭਗਵੰਤ ਮਾਨ ਲਈ ਵੀ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਦੀ। ਪਰ ਇਹਨਾਂ ਵਿੱਚ ਵੀ ਜਿੱਦਾਂ ਵਿਧਾਇਕਾਂ ਦੀਆਂ ਖਬਰਾਂ ਆਉਣ ਲੱਗ ਪਈਆਂ, ਜਿਹੜੀ ਕੱਲ ਵੀ ਅਸੀਂ ਗੱਲ ਕਹੀ ਸੀ ਤੇ ਅੱਜ ਉਹ ਗੱਲ ਪੁਖਤਾ ਹੋ ਰਹੀ ਹੈ ਵੀ ਵਿਧਾਇਕ ਜਿਹੜੇ ਦਿੱਲੀ ਜਾ ਕੇ ਮਿਲਣਾ ਸ਼ੁਰੂ ਹੋ ਗਏ ਨੇ। ਕਿਹੜੇ ਗਏ ਨੇ ਉਹ ਸੂਚੀ ਤਾਂ ਮੇਰੇ ਕੋਲ ਨਹੀਂ, ਪਰ ਖਬਰਾਂ ਆ ਵੀ ਕੁਝ ਵਿਧਾਇਕਾਂ ਨੇ ਜਾ ਕੇ ਅਰਵਿੰਦ ਕੇਜਰੀਵਾਲ ਨਾਲ ਸਿੱਧੀ ਮੁਲਾਕਾਤ ਕੀਤੀ ਹੈ ਦਿੱਲੀ ਜਾ ਕੇ। ਮੈਨੂੰ ਲੱਗਦਾ ਹੈ ਕਿ ਉਹ ਲੌਬਿੰਗ ਜਿਹੜੀ ਹੈ ਉਹ ਸ਼ਾਇਦ ਸ਼ੁਰੂ ਹੋ ਗਈ ਹੈ, ਵਿਧਾਇਕਾਂ ਨੂੰ ਮਤਲਬ ਆਪਣੇ ਸ਼ੀਸ਼ੇ 'ਚ ਉਤਾਰਨ ਦੀ ਜਿਹੜੀ ਇੱਕ ਕੰਪੇਨ ਹੈ ਉਹ ਅੰਦਰ ਖਾਤੇ ਚੱਲ ਪਈ ਹੈ ਕੇਜਰੀਵਾਲ ਵੱਲੋਂ, ਜਿਹੜਾ ਸ਼ਾਇਦ ਭਗਵੰਤ ਮਾਨ ਲਈ ਕੋਈ ਸ਼ੁਭ ਸੰਕੇਤ ਨਹੀਂ ਹੈ। ਜੀ ਬਿਲਕੁਲ, ਇਹ ਜਿਹੜੀ ਚੀਜ਼ ਚੱਲ ਰਹੀ ਆ ਇਹ ਖਤਰੇ ਦੀ ਘੰਟੀ ਆ। ਤੇ ਜੇ ਭਗਵੰਤ ਮਾਨ ਹੀਰਾਂ ਨੇ ਆਪਣਾ ਤੌਰ ਤਰੀਕਾ ਨਹੀਂ ਬਦਲਿਆ ਸਮਾਂ ਰਹਿੰਦਿਆਂ, ਫਿਰ ਉਹ ਸ਼ਾਇਦ ਆਪਣੇ ਜਿਹੜੇ 91 ਵਿਧਾਇਕ ਆ ਉਹਨਾਂ ਦੀ ਸਿੰਪਥੀ ਵੀ ਨਾਲ ਆਪਣੇ ਨਹੀਂ ਰੱਖ ਸਕਣਗੇ। ਕੇਜਰੀਵਾਲ ਜਾਂ ਕੇਂਦਰ ਦੀ ਲੀਡਰਸ਼ਿਪ ਲਈ ਬੜਾ ਸੌਖਾ ਹੋ ਜਾਊਗਾ 5-6 ਮਹੀਨਿਆਂ ਬਾਅਦ ਜੇ ਇੱਦਾਂ ਹੀ ਚੱਲਦਾ ਰਿਹਾ ਕਿ ਇਹ ਵਿਅਕਤੀ ਪੰਜਾਬ ਨੂੰ ਚਲਾਉਣ ਦੇ ਫਿੱਟ ਨਹੀਂ ਆ ਤੇ ਅਸੀਂ ਇਹਨੂੰ ਬਦਲ ਰਹੇ ਹਾਂ, ਤੇ ਫਿਰ ਕੁਝ ਵੀ ਨਹੀਂ ਹੋ ਸਕਣਾ। ਫਿਰ ਭਗਵੰਤ ਮਾਨ ਦੀ ਬਹੁਤ ਪੋਜੀਸ਼ਨ ਜਿਹੜੀ ਆ ਹੋਰ ਕਮਜ਼ੋਰ ਹੋ ਜਾਏਗੀ
ਤੇ ਜੇਕਰ ਹੁਣ ਵੇਲਾ ਸੰਭਲ ਜਾਂਦੇ ਆ, ਅਜੇ ਕੋਈ ਏਡਾ ਕੁਝ ਵਿਗੜਿਆ ਨਹੀਂ, ਉਹ ਆਪਣੇ ਵਿਧਾਇਕਾਂ ਨਾਲ ਮਿਲ ਕੇ ਕੋਈ ਸਾਂਝੇ ਤੌਰ ਤੇ ਦਬਾਅ ਬਣਾਉਂਦੇ। ਮੈਂ ਨਹੀਂ ਕਹਿੰਦਾ ਕਿ ਉਹ ਬਗਾਵਤ ਕਰਦੇ ਨੇ ਪਾਰਟੀ ਤੋਂ, ਕੋਈ ਇਸ ਤਰ੍ਹਾਂ ਦੀ ਲੌਬੀ ਜੇ ਉਹ ਕਰਦੇ ਆ ਤੇ ਇੱਕ ਲੌਬੀ ਕਰ ਸਕਦੇ ਆ ਪੰਜਾਬ ਦੇ ਹਿੱਤਾਂ ਦੀ, ਵੀ ਨਹੀਂ ਵੀ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ, ਸਾਡੀ ਵੀ ਕੋਈ ਜਵਾਬਦੇਹੀ ਆ, ਸਾਡੇ ਨਾਲ ਇਦਾਂ ਨਾ ਕਰੋ। ਇੱਕ ਵਾਰੀ ਬਹਿ ਕੇ ਗੱਲ ਨਿਬੇੜ ਲੈਣ ਤੇ ਸ਼ਾਇਦ ਕੁਝ ਸਮਾਂ ਚੰਗਾ ਆ ਸਕਦਾ। ਤੇ ਜੇ ਇਦਾਂ ਹੀ ਚੱਲਦਾ ਰਿਹਾ ਤੇ ਫਿਰ ਭਗਵੰਤ ਮਾਨ ਹੋਰਾਂ ਦੀ ਕ੍ਰੈਡੀਬਿਲਿਟੀ ਖਤਮ ਹੋ ਜਾਏਗੀ। ਉਹਨਾਂ ਵਾਸਤੇ ਉਹਨਾਂ ਨੂੰ ਗੱਦੀਆਂ ਲਾ ਕੇ ਕਿਸੇ ਹੋਰ ਨੂੰ ਬਿਠਾਉਣਾ ਬਹੁਤ ਸੌਖਾ ਹੋ ਜਾਊਗਾ। ਬਸ ਇਹ ਤੇ ਕਮੈਂਟ ਦੇ ਦਿਓ ਤੇ ਫਿਰ ਆਪਾਂ ਬੰਦ ਕਰਦੇ ਹਾਂ। ਬਸ ਬਿਲਕੁਲ ਠੀਕ ਹੈ ਗੱਲ ਤੁਹਾਡੀ। ਇਦਾਂ ਦੀ ਸਿਚੁਏਸ਼ਨ ਦੇਖੋ, ਮੈਂ ਦੇਖੋ ਹਰ ਗੱਲ ਦਾ ਕੋਈ ਇੱਕ ਸਮਾਂ ਹੁੰਦਾ ਤੇ ਉਹ ਇੱਕ ਪੂਰਾ ਦਾ ਪੂਰਾ ਇੱਕ ਪ੍ਰੋਸੈਸ ਹੈ, ਪ੍ਰਕਿਰਿਆ ਆ, ਤੇ ਉਹਦੇ ਲਈ ਇਹ ਨਹੀਂ ਕਿ ਓਵਰਨਾਈਟ ਹੀ ਹੁਣੇ ਸਾਰਾ ਕੁਝ ਹੋ ਜਾਣਾ। ਮੈਂ ਇਹ ਮੰਨ ਕੇ ਚੱਲਦਾ ਕਿ 2024 ਤੱਕ ਕੁਝ ਵੀ ਇਦਾਂ ਦਾ ਨਹੀਂ ਹੋਣ ਵਾਲਾ। ਲੋਕ ਸਭਾ ਚੋਣਾਂ ਤੱਕ, ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਨਤੀਜੇ ਵੀ ਇਹਦੇ 'ਚ ਪ੍ਰਭਾਵਿਤ ਹੋਣਗੇ ਤੇ ਜ਼ਰੂਰ ਇਦਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਜਾਏਗਾ, ਕਿਉਂਕਿ ਫਿਰ ਉਸ ਤੋਂ ਬਾਅਦ 24 ਤੋਂ ਬਾਅਦ ਫਿਰ 27 'ਚ ਵਿਧਾਨ ਸਭਾ ਦੀਆਂ ਫਿਰ ਚੋਣਾਂ ਹੋਣੀਆਂ। ਸੋ ਮੈਨੂੰ ਲੱਗਦਾ ਕਿ 2024 ਤੱਕ ਤਾਂ ਨਹੀਂ, ਡਾਇਰੈਕਟਲੀ ਕੋਈ ਇਦਾਂ ਦਾ ਅਸੀਂ ਦੇਖਾਂਗੇ ਕਿ ਭਗਵੰਤ ਮਾਨ ਨੂੰ ਉਤਾਰ ਕੇ ਕਿਸੇ ਹੋਰ ਨੂੰ ਬਿਠਾ ਦਿੱਤਾ ਜਾਏ। ਤੇ ਹਾਂ, 24 ਤੋਂ ਬਾਅਦ ਇਹਦੀ ਸੰਭਾਵਨਾ ਪ੍ਰਬਲ ਹੈ ਜੋ ਚੱਲ ਰਿਹਾ ਉਹਦੇ 'ਚ, ਉਦੋਂ ਤੱਕ ਹੋਰ ਬੇਬਸ ਕਰ ਦਿੱਤੇ ਜਾਣਗੇ ਭਗਵੰਤ ਮਾਨ ਜੀ। ਇਹ ਵੀ ਡਿਪੈਂਡ ਕਰੂਗਾ ਕਿ 24 ਤੱਕ ਪੁੱਜਦਿਆਂ ਕੇਜਰੀਵਾਲ ਰੀ ਹੋਰ ਤਾਕਤ ਫੜਦੇ ਆ ਜਾਂ ਕਮਜ਼ੋਰ ਲੀਡਰ ਸਾਬਤ ਹੁੰਦੇ। ਜੇ ਤੇ ਉਹ ਨੈਸ਼ਨਲ ਪੋਲਿਟਿਕਸ ਦੇ ਵਿੱਚ ਹੋਰ ਤਾਕਤਵਰ ਵਿਅਕਤੀ ਵਜੋਂ ਉੱਭਰੇ, ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਮੋਦੀ ਹੋਰਾਂ ਦਾ ਬਦਲ ਬਣਾ ਸਕੇ ਜਾਂ ਬਣਾਉਣ ਵਾਲੇ ਰਾਹ ਪੈ ਗਏ, ਤੇ ਫਿਰ ਭਗਵੰਤ ਮਾਨ ਵਾਸਤੇ ਬਹੁਤਾ ਚੰਗਾ ਸਮਾਂ ਨਹੀਂ ਹੋਏਗਾ। ਸ਼ਾਇਦ ਤੁਸੀਂ ਠੀਕ ਕਹਿ ਰਹੇ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਸ਼ੁਕਰੀਆ। ਬਹੁਤ ਮਿਹਰਬਾਨੀ ਜੀ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ।